तेरा जी मैं किछ नाही, मैं किछ नाही। मैं किछ नाही, मैं किछ नाही, मैं किछ नाही, मैं किछ नाही। सब की तेरा जी मैं किछ नाही, सब की तेरा जी मैं किछ नाही, मैं किछ नाही। मैं नाही प्रभ सब किछ तेरा, इंगै निर्गुण उगै सरगुण। खेल करत विच स्वामी मेरा, नगर मैं आप बार पुन आपन। प्रभ मेरे को सगल बसेरा, राया कह कह ठाकुर कह कह चेरा। कांको द्रव कांस्यों बलवंचा, जह जह पेखों तैनेरा। मिल सागर बूंद नहीं अनहेरा, प्रभ सब किछ तेरा मैं नाही। सब किछ तेरा मैं नाही। सब किछ तेरा मैं ना, सब किछ तेरा मैं नाही। परम सत्कारियो सतगुरां दी साजी नवाजी, गुरु का खास रूप गुरु खालसा साध संगत जी, दूरों नेड़े चल के सतगुरां दे पावन पवित्र दरबार दी हाजरियां भर के बाबा जसवीर सिंह जी तो गुरबाणी दा हरि जस कीर्तन
ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹੋ। ਬਹੁਤੀ ਗਰਮੀ ਤਾਂ ਹੈ ਨਹੀਂ, ਜੇ ਪੱਖੇ ਬੰਦ ਕਰ ਦਿਓ ਤਾਂ ਖੜਕਾ ਜਿਹਾ ਘਟ ਜਾਏਗਾ। ਪਰਮਾਤਮਾ ਨੇ ਠੰਡ ਕਰੀ ਰੱਖੀ ਹੈ। ਥੋੜਾ ਜਿਹਾ ਸਮਾਂ ਆਪਣੇ ਕੋਲ ਹੋਰ ਹੈ, ਜਿਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਨੇ ਮਿਹਰ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨਮਾਈ ਹੇਠ ਗੁਰੂ ਘਰ ਦੇ ਅਨੰਦ ਸੇਵਕ ਭਾਈ ਨਛੱਤਰ ਸਿੰਘ ਜੀ, ਜਿਹੜੇ ਹਰ ਇੱਕ ਸਾਲ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਨੇ, ਆਪਣੇ ਗ੍ਰਹਿ ਵਿਖੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਸੁਖਮਨੀ ਸਾਹਿਬ ਦੇ ਅਖੰਡ ਜਾਪ ਕਰਾਉਂਦੇ ਨੇ, ਤੁਰਕੀ ਬਾਣੀ ਦੇ ਪਾਠ ਹੁੰਦੇ ਆ। ਗੁਰੂ ਕੀ ਸੰਗਤ ਨੂੰ ਨਿਮੰਤਰਣ ਦੇ ਕੇ ਘਰ ਬੁਲਾਉਂਦੇ ਨੇ। ਗੁਰੂ ਕੇ ਲੰਗਰ ਤਿਆਰ ਹੁੰਦੇ ਨੇ। ਸਾਧ ਸੰਗਤ ਜੀ, ਮਾਇਆ ਤਾਂ ਬੜੀ ਦੁਨੀਆ ਕੋਲ ਹੈ। ਬੜੇ ਦੁਨੀਆ ਵਿੱਚ ਅਰਬਾਂ ਖਰਬਾਂ ਪਤੀ ਲੋਕ ਨੇ, ਪਰ ਇਸ ਮਾਇਆ ਨੂੰ ਗੁਰੂ ਦੀ ਪਰਮੇਸ਼ਰ ਦੀ ਜਾਣ ਕੇ ਸਫਲੀ ਕੋਈ ਵਿਰਲਾ ਹੀ ਕਰਦਾ ਹੈ। ਨਹੀਂ ਤਾਂ ਜਿਹਦੇ ਕੋਲ ਜਾਂਦੀ ਉਹਨੂੰ ਹੀ ਮਿੱਠੀ ਲੱਗਦੀ ਹੈ। ਐਸੀ ਠਗੌਰੀ ਪਾਏ ਭੁਲਾਵੇ, ਮਨ ਸਭ ਕੇ ਲਾਗੇ ਮਿੱਠੀ। ਇਹ ਸਾਰਿਆਂ ਨੂੰ ਮਿੱਠੀ ਲੱਗਦੀ ਹੈ। ਬੱਚੇ ਨੂੰ 10 ਰੁਪਏ ਦੇਈਏ ਆਸਣ ਲੱਗ ਜਾਂਦਾ ਹੈ, ਫਿਰ ਉਹ ਤੋਂ ਮੰਗੀਏ ਤਾਂ ਰੋਣ ਲੱਗ ਜਾਂਦਾ ਹੈ। ਉਹਨੂੰ ਮਿੱਠੀ ਲੱਗਦੀ ਹੈ। ਮਾਇਆ ਗੁਰਮੁਖਾਂ ਕੋਲ ਵੀ ਹੈ, ਮਾਇਆ ਮਨਮੁਖਾਂ ਕੋਲ ਵੀ ਹੈ। ਗੁਰਮੁਖ ਇਸ ਮਾਇਆ ਤੋਂ ਲਾਹਾ ਲੈਂਦੇ ਨੇ ਤੇ ਮਨਮੁਖ ਇਸ ਮਾਇਆ ਨਾਲ ਪਾਪ ਕਰਦੇ ਆ। ਮਾਇਆ ਦੋਹਾਂ ਕੋਲ ਹੀ ਹੈ। ਮਾਇਆ ਦੇ ਸੁਭਾਅ ਵੀ ਦੋ ਨੇ। ਭਗਤ ਕਬੀਰ ਜੀ ਦਾ ਕਥਨ ਹੈ, ਕਬੀਰ ਮਾਇਆ ਦੋਏ ਕਿਸਮ ਕੀ ਦੋਏ ਚਲਾਏ ਰਾਹ, ਇੱਕ ਮਿਲਾਵੇ RAM ਨੂੰ ਇੱਕ ਨਰਕ ਲੈ ਜਾਏ। ਇਹ ਬਾਣੀ ਵਿੱਚ ਸ਼ਬਦ ਨਹੀਂ ਹੈ। ਜਿੱਡਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਏਡਾ ਹੀ ਗ੍ਰੰਥ ਭਗਤ ਕਬੀਰ ਜੀ ਦੀ ਬਾਣੀ ਦਾ ਹੈ। ਉਹ ਗਰੀਬ ਦਾਸੀਆਂ ਕੋਲ ਹੈ। ਇਹ ਤਾਂ ਜਿਹੜੇ ਬਚਨ ਆਤਮਦਰਸ਼ੀ ਸੀ ਭਗਤ ਕਬੀਰ ਜੀ ਦੀ ਬਾਣੀ, ਉਹ ਦਰਜ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਬਹੁਤ ਸਾਰੀ ਬਾਣੀ ਉਹਨਾਂ ਦਾ ਆਪਣਾ ਗ੍ਰੰਥ ਹੈ ਇੱਕ ਬਾਣੀ ਦਾ। ਕਬੀਰ ਚਿੜੀ ਚੋਂਚ ਭਰ ਲੈ ਗਈ, ਨਦੀ ਨਾ ਘਟਿਓ ਨੀਰ, ਦਾਨ ਕੀਏ ਧਨ ਨਾ ਘਟੈ ਕਹਿਤ ਭਗਤ ਕਬੀਰ।
ये सारे श्लोक उस ग्रंथ विच ने। ये भी उस विच ही है, माया दोए किस्म की दोए चलाए राह, एक मिलावे राम नूं एक नरक लै जाए। ਇਹ ਤਾਂ ਹੁਣ ਰੱਬ ਨੂੰ ਮਿਲਾਉਣ ਦਾ ਸਾਧਨ ਹੈ। ਮਾਇਆ ਬਾਣੀ ਦਾ ਜਾਪ ਹੋਇਆ, ਅਖੰਡ ਪਾਠ ਸਾਹਿਬ ਹੋਏ ਨੇ, ਲੰਗਰ ਚੱਲ ਰਿਹਾ ਹੈ। ਇਹ ਤਾਂ ਮਾਇਆ ਪਰਮਾਤਮਾ ਨੂੰ ਮਿਲਾਉਣ ਦਾ ਸਾਧਨ ਹੈ। ਪਰ ਉਹ ਵੀ ਮਾਇਆ ਜਿਹਦੇ ਨਾਲ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ, ਨਸ਼ੇ ਖਾਧੇ ਜਾਂਦੇ ਨੇ, ਪਾਪ ਕੀਤੇ ਜਾਂਦੇ ਨੇ, ਉਹ ਵੀ ਮਾਇਆ ਨਾਲ ਹੀ ਆਉਂਦੇ ਆ ਨਾ। पर वो नरकां दा कारण बन जाती है। पर यह भी गुरु जी नूं समत बख्शे, इकना नूं सब सोझी आई, एक फिरदे बेपरवाह, जिन्हां नूं सोझी आ जावे उही लाहा लै सकदे हन। सो भाई नछत्तर सुरां ने हरेक साल की तरह अपनी किरत कमाई सफली करने वास्ते गुरु ग्रंथ साहिब महाराज के चरणों का ओट आसरा लिया है। सो साध संगी है तो सब कुछ परमात्मा का ही, जो भी साडे कोल है, धन पदार्थ, जमीन जायदादां, धीआं पुत्र, इज्जत आबरू, इहदा मालक तां परमात्मा आप ही है। ये तां साडे झूठे दावे ने, असीं मेर मारी हुई है। सब कुछ परमात्मा दा ही है। परमात्मा दे दित्ते विचों आपां उहदा शुक्रगुजार हुंदे आ, ਉਹਦੇ ऋणी ਹੁੰਦੇ ਆ, ਉਹਨੂੰ याद करते हैं तो ਉਹਦੀ खुशी के पात्र बन जाते हैं। जिवें एक राजे का बाग लाया है, बाग विच फल दे अते फुल्लां दे बूटे ने। राजे ने बाग नूं देखण वास्ते आउणा है। राजे का एक माली रखा होया बाग दे विच होना जरूरी है। माली तो बिना जिहड़े बाग ने कामयाब नहीं होया करते। माली नूं पता लग्या कि राजे ने बाग नूं देखण आउणा है। एक टोकरी विच फल ते फुल तोड़ के रख लए। जद राजा बाग विच आया, उस माली ने वो फल ते फुल राजे दी भेटा कीते। बाग भी राजे दा, फल फुल भी राजे दे। माली दा तां एक प्रेम है। उस माली दा प्रेम देख के राजे ने उसनूं बहुत सारा इनाम दिता। ये जिहड़ा संसार है, हर का बागरा, नाचै पिंदी मैं सागरा, ये परमात्मा दा बाग लाया हुआ है जिहड़ा संसार है। आपां सारे माली रूप हां, देखभाल कर रहे हैं, मालक नहीं आपां नूं किसी ने संभाए ने, साडे बजुर्गां ने सानूं संभाए ने, आपां अगे संभाल के चले जाना। असी भी मालक नहीं सी, अगलियां ने भी नहीं बनना है। साडे परदादे ने दादे नूं संभाए सी, दादे ने साडे पिता नूं संभाल दिते, पिता ने सानूं संभालते, असीं हुण अगे तैयार बैठे ने सांभण वाले। पहले ही कहण लग जांदे ने साडे नाल पहले ही करा दो, फिर असीं लड़दे फिरांगे। 4 दिन अपनी नौबत चले बजाए, इतनक खटिया गठिया मटिया, संग न कश ले जाए। जिवें दा आउंदा है उवें मुड़ जांदा है, नांगे आवन नांगे जाना, उस तरह ही रंग मुड़ जाता है।
ਲੈ ਕੇ ਕੀ ਜਾਂਦਾ ਹੈ? ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹਿ ਉਗਾ। ਆ ਲੰਗਰ ਵਾਲੇ ਨੂੰ ਥੋੜਾ ਜਿਹਾ ਕਹਿੰਦੇ ਹੌਲੀ ਬੋਲ ਲੈਣ, ਕਿਉਂਕਿ ਲੰਗਰ 'ਚ ਬੋਲਣਾ ਤਾਂ ਜ਼ਰੂਰ ਪਏਗਾ। ਜਿੱਥੇ ਪਦਾਰਥ ਉੱਥੇ ਰੌਲਾ ਤਾਂ ਜ਼ਰੂਰ ਪਏਗਾ। ਦੁਨੀਆ ਵਿੱਚ ਰੌਲਾ ਹੀ ਪਦਾਰਥ ਦਾ, ਹੋਰ ਕੋਈ ਰੌਲਾ ਹੀ ਨਹੀਂ ਹੈ। ਜਿੱਥੇ ਜ਼ਿਆਦਾ ਪਦਾਰਥ ਹੋਣਗੇ ਉੱਥੇ ਜ਼ਿਆਦਾ ਰੌਲਾ ਪਏਗਾ। ਰੌਲਾ ਤਾਂ ਪੈਣਾ ਜਿੱਥੇ ਪਦਾਰਥ ਹੋਣਗੇ। ਥੋੜਾ ਹੌਲੀ ਬੋਲ ਲੈਣ ਬਸ, ਕਿਉਂਕਿ ਇੱਧਰ ਥੋੜਾ ਇਕਾਗਰਤਾ ਦੀ ਜ਼ਰੂਰਤ ਹੈ। ਸੋ ਸਾਧ ਸੰਗਤ ਜੀ, ਅਸੀਂ ਸਾਰੇ ਮਾਲੀ ਰੂਪ ਹਾਂ। ਅਸੀਂ ਸੰਭਾਲ ਕਰ ਰਹੇ ਹਾਂ, ਦੇਖਭਾਲ ਕਰ ਰਹੇ ਹਾਂ। ਉਹ ਪ੍ਰਮਾਤਮਾ ਸਾਰੇ ਰਾਜਿਆਂ ਦਾ ਰਾਜਾ ਹੈ, ਇਹ ਉਹਦਾ ਬਾਗ ਲਾਇਆ ਹੋਇਆ ਹੈ। ਅਸੀਂ ਸਾਰੇ ਜੀਵ ਮਾਲੀ ਰੂਪ ਹਾਂ, ਦੇਖਭਾਲ ਕਰ ਰਹੇ ਹਾਂ। ਇਹਦਾ ਮਾਲਕ ਉਹ ਆਪ ਹੀ ਹੈ। ਰਾਜਾਨ ਰਾਜ ਭਾ ਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ। ਉਹ ਸਭ ਰਾਜਿਆਂ ਨੂੰ ਰਾਜੇ ਬਣਾਉਣ ਵਾਲਾ ਹੈ। ਰਾਜਨ ਮੈਂ ਤੂੰ ਰਾਜਾ ਕਹੀ ਹੈ, ਭੂਮਨ ਮੈਂ ਭੂਮਾ। ਠਾਕੁਰ ਮੈਂ ਠੁਕਰਾਈ ਤੇਰੀ, ਕੋਮਨ ਸਿਰ ਕੋਮਾ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਵੀ ਇਹੀ ਬਚਨ ਹੈ। ਸਭ ਰਾਜਨ ਕੇ ਰਾਜਾ, तुम हो सब राजन के राजा। सब राजन के राजा, सब राजन के राजा। आपे आप गरीब नवाजा, आपे आप गरीब नवाजा। सब राजन के राजा तुम हो, सब राजन के राजा। सब राजन के राजा, सब राजन के राजा। तुम हो सब राजन के राजा। वो सब राजियां नूं राजे बनाउण वाला है। जे खुशी दे घर च आ जावे तां भिखारी नूं इक छिन च राजा बना दिंदा है, ते जे नदर पट्ठी करे तां राजियां नूं घाह भी खाण ला दिंदा है। ये जे शब्द है जिहड़ा दीपक देहली शब्द है। जिवें आपां देहली दे उत्ते दीवा रखदी, अंदर भी चानण कर दिंदा, बाहर भी चानण कर दिंदा। ये दोवें पासे लग जांदा जिहड़ा जे। लख खुशियां पातशाहियां जे सतगुर नदर करे। जे तां सतगुर दी नदर हो जाए, किरपा हो जाए, ਤਾਂ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਬਖਸ਼ ਦਿੰਦਾ ਹੈ। ਨਦਰ ਉਪੱਠੀ ਜੇ ਕਰੇ, ਉੱਥੇ ਫਿਰ ਜੇ ਸ਼ਬਦ। ਸੁਲਤਾਨਾ ਕਾਹੋ ਕਰਾਇੰਦਾ, ਫਿਰ ਰਾਜਿਆਂ ਨੂੰ ਭੀਖ ਵੀ ਮੰਗਣ ਲਾ ਦਿੰਦਾ। ਅੰਦਰ ਅਸੀਂ ਜਲ ਪਾਣੀ ਛਕ ਰਹੇ ਸੀ। ਭਾਈ ਨਛੱਤਰ ਸਿੰਘ ਦਾ ਜਿਹੜੇ ਮਰਜ਼ੀ ਮਹੀਨੇ 'ਚ ਆਪਾਂ ਰੱਖ ਲਈ, ਮੀਂਹ ਤਾਂ ਪੈਣਾ ਹੀ ਹੁੰਦਾ ਹੈ।
ਅਸੀਂ ਆਖੇ ਵੀ ਆਪਾਂ ਤਾਂ ਭੁੱਲ ਜਾਂਦੇ, ਉਹ ਨਹੀਂ ਭੁੱਲਦਾ ਹੈ, ਉਹਨੂੰ ਯਾਦ ਹੈ ਪੱਕਾ ਹੀ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਉਹ ਨਹੀਂ ਭੁੱਲਦਾ ਹੈ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪਣਾ ਭੁੱਲਾ ਹੈ। ਆਪਾਂ ਭੁੱਲ ਜਾਂਦੇ, ਆਪਾਂ ਅੱਗੇ ਪਿੱਛੇ ਕਰਦੇ ਆ। ਉਹ ਕਹਿੰਦੇ ਜਿਹੜਾ ਮਰਜ਼ੀ ਕਰ ਲਓ ਭਾਵੇਂ। ਨੀਤ ਸਿੰਘ ਸਤੰਬਰ ਚ ਦੀਵਾਨ ਲੱਗਦੇ ਹੁੰਦੇ ਸੀ ਤੇ ਬਾਰਿਸ਼ ਪੈਂਦੀ ਸੀ। 7 ਦੀਵਾਨ ਹੁੰਦੇ ਸੀ, 4 ਮੀਂਹ ਚ ਲੰਘਦੇ ਸੀ। ਉਹ ਕਹਿੰਦੇ ਜੀ ਮੱਗਰ ਚ ਦੇ ਦਿਓ ਦੀਵਾਨ, ਮੀਂਹ ਚ ਆ ਜਾਂਦੇ ਆ। ਮੱਗਰ ਚ ਰੱਖ ਲਏ, 3 ਤਾਂ ਸੁੱਕੇ ਲੰਘ ਗਏ, ਬੱਚਾ ਉੱਥੇ ਨੂੰ ਆ ਗਿਆ, ਸ਼ੁਰੂ ਹੋ ਗਿਆ। ਅਜੇ ਕਣਕ ਗਿੱਠ ਗਿੱਠ ਹੋਈ, ਵੱਟਾਂ ਦੇ ਉੱਤੋਂ ਦੀ ਪਾਣੀ। ਇਲਾਕੇ ਵਾਲੇ ਕਹਿੰਦੇ ਤੁਸੀਂ ਸਤੰਬਰ ਚ ਹੀ ਲਵਾ ਲਿਆ ਕਰੋ, ਉਦੋਂ ਜੀਰੀ ਹੁੰਦੀ ਹੈ। ਵੈਸੇ ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਜਿੱਥੇ ਜੱਗ ਚੱਲਦਾ ਹੈ, ਦਾਨ ਹੋ ਰਿਹਾ, ਉੱਥੇ ਮੀਂਹ ਪੈ ਜਾਵੇ, ਉਹ ਸਫਲਾ ਹੋ ਜਾਂਦਾ। ਕਿਉਂਕਿ ਮੀਂਹ ਉਦੋਂ ਪੈਂਦਾ ਜਦੋਂ ਪਰਮੇਸ਼ਰ ਮੀਂਹੂ ਪਾਇਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਕਿਉਂਕਿ ਭਾਵੇਂ ਇੰਦਰ ਪਾਉਂਦਾ, ਭਾਵੇਂ ਇੰਦਰ ਦਾ ਪਿਓ ਪਾਉਂਦਾ, ਹੈ ਤਾਂ ਰੱਬ ਦੇ ਦੀਨ ਹੀ ਹੈ ਨਾ। ਉਹ ਸਭ ਉਹਦੇ ਹੁਕਮ ਵਿੱਚ ਹੀ ਚੱਲਦੇ ਆ। ਭੈ ਵਿੱਚ ਪਵਨ ਮਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਸਭ ਉਹਦੇ ਹੁਕਮ ਵਿੱਚ ਹੀ ਚੱਲਦੇ ਆ। ਠੀਕ ਹੈ, ਆਪ ਨੂੰ ਪ੍ਰਬੰਧ ਥੋੜਾ ਜਿਹਾ ਹੁਣ ਤਾਂ ਛੱਡ ਪਾ ਲਿਆ, ਭਾਵੇਂ ਮੀਂਹ ਪਾ ਲਵੇ ਭਾਵੇਂ ਨਾ ਪਾ, ਉਹਦੀ ਮਰਜ਼ੀ ਹੈ। ਹੁਣ ਤਾਂ ਪ੍ਰਬੰਧ ਕਰ ਲਿਆ, ਹੁਣ ਉਹਨੂੰ ਵੀ ਪਤਾ ਹੈ ਵੀ ਇਹਨਾਂ ਨੇ ਤਾਂ ਆਪਣਾ ਸਮਾਗਮ ਮਨਾ ਹੀ ਲੈਣਾ। ਸੋ ਸਾਧ ਸੰਗਤ ਜੀ, ਉਹ ਪਰਮੇਸ਼ਰ ਮਿਹਰ ਦੇ ਘਰ ਚ ਆ ਜਾਵੇ ਤਾਂ ਲੱਖਾਂ ਖੁਸ਼ੀਆਂ ਬਖਸ਼ ਦਿੰਦਾ ਹੈ। ਜੇ ਉਹ ਚਾਹੇ ਤਾਂ ਰਾਜਿਆਂ ਨੂੰ ਭੁਖਾਰੀ ਵੀ ਇੱਕ ਛਿੰਨ ਚ ਕਰ ਦਿੰਦਾ। ਛਿੰਨ ਮੈਂ ਰਾਓ ਰੰਗ ਕੋ ਕਰਈ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਯਹ ਤਾਂ ਕੋ ਵਿਵਹਾਰੇ। ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਭਾਈ ਮਰਦਾਨਾ ਰਬਾਬੀ ਹੈ ਤੇ ਭਾਈ ਬਾਲਾ ਚੌਰ ਬਰਦਾਰ ਹੈ। ਭਾਵੇਂ ਸਾਡੇ ਅੱਜ ਕੱਲ੍ਹ ਪੜ੍ਹੇ ਸਿਆਣੇ ਸਿੱਖਾਂ ਨੇ ਬਾਲੇ ਦਾ ਨਾਂ ਹੀ ਕੱਟ ਦਿੱਤਾ ਹੈ। ਬਾਲਾ ਤਾਂ ਸਿੱਖ ਹੀ ਕੋਈ ਨਹੀਂ ਸੀ। ਕਹਿੰਦੇ ਬਾਲਾ ਤਾਂ ਸਿੱਧਾਂ ਨੇ ਗੁਰੂ ਨਾਨਕ ਨੂੰ ਆਖਿਆ ਸੀ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸਕਤ ਹੋਏ ਇੱਥੇ ਲਿਆਈ। ਕਹਿੰਦੇ ਬਾਲਾ ਤਾਂ ਸਿੱਖ ਹੀ ਕੋਈ ਨਹੀਂ ਸੀ। ਜਿਹੜੀ ਬਾਲੇ ਵਾਲੀ ਜਨਮ ਸਾਖੀ ਭਾਈ ਪੈੜੇ ਮੌਕੇ ਖੱਤਰੀ ਨੇ ਲਿਖੀ ਹੈ, ਲਿਖਾਈ ਕਿੰਨੇ ਸੀ? ਉਹ ਭਾਈ ਬਾਲੇ ਨੇ ਲਿਖਾਈ ਸੀ। ਭਾਈ ਪੈੜੇ ਮੌਕੇ ਖੱਤਰੀ ਨੇ ਲਿਖੀ ਸੀ। ਸੁਣੀ ਕਿੰਨੇ ਸੀ? ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਅੱਜ ਤੱਕ ਸੰਗਤਾਂ ਸਾਡੇ ਘਰਾਂ 'ਚ ਪੜ੍ਹੀ ਜਾਂਦੀ ਸੀ ਉਹ ਜਨਮ ਸਾਖੀ। ਹੁਣ ਜਦੋਂ ਜਨਮ ਸਾਖੀ ਪੜ੍ਹਨ ਦਾ ਟਾਈਮ ਆਉਂਦਾ ਸੀ, ਉਦੋਂ ਹੁਣ ਸੀਰੀਅਲ ਦਾ ਟਾਈਮ ਹੁੰਦਾ, ਇੱਕੋ ਹੀ ਦੇਖਿਆ ਜਾਏਗਾ, ਭਾਵੇਂ ਜਿਹੜਾ ਮਰਜ਼ੀ ਦੇਖੋ। ਆ ਡਿਵੋਰਸ ਵੀ ਤਾਂ ਹੀ ਹੋ ਰਹੇ ਨੇ ਸੀਰੀਅਲ ਦੇਖ ਦੇਖ ਕੇ ਨਾ। ਜਦੋਂ ਜਨਮ ਸਾਖੀ ਸੁਣਦੇ ਪੜ੍ਹਦੇ ਸੀ, ਉਦੋਂ ਡਿਵੋਰਸ ਵੀ ਨਹੀਂ ਸੀ ਹੁੰਦੇ। ਸੋ ਸਾਧ ਸੰਗਤ ਜੀ, ਭਾਈ ਬਾਲਾ ਚੌਰ ਬਰਦਾਰ ਹੈ ਤੇ ਮਰਦਾਨਾ ਰਬਾਬੀ ਹੈ। ਵੈਸੇ ਗੁਰੂ ਬਾਬਾ ਜੀ ਦਾ ਹਰ ਬਚਨ ਹੈ ਜਿਹੜਾ ਇਨਕਲਾਬੀ ਹੈ। ਹਰ ਇੱਕ ਬਚਨ ਹੈ ਜਿਹੜਾ ਬੰਧਨ ਹੀ ਕੱਟੇ ਨੇ ਉਹਨਾਂ ਨੇ ਸਾਡੇ। ਜੇ ਹਲ ਵਾਇਆ ਖੇਤੀ ਕੀਤੀ ਤਾਂ ਸਾਨੂੰ ਉਪਦੇਸ਼ ਕੀਤਾ, ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ, ਭਾਉ ਕਰਮ ਕਰ ਜਮ ਸੀ ਸੇ ਕਰ ਭਾਗਠ। ਦੇਖ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੂਝੈ ਕੋਇ। ਖੇਤੀ ਆਪ ਕੀਤੀ ਤੇ ਦੱਸਿਆ ਵੀ, ਅੰਤਰੀਬ ਖੇਤੀ ਤੇ ਬਰੰਗ ਖੇਤੀ। ਅੰਤਰੀਬ ਮਨ ਨੂੰ ਹਾਲੀ ਬਣਾ ਕੇ ਖੇਤੀ ਕਰਨੀ ਹੈ, ਮਨ ਨੂੰ ਹਾਲੀ। ਕਿਸਾਨ ਕਿਸਾਨੀ ਨਾ ਕਰੇ, ਉਹਨੂੰ ਕਿਸਾਨ ਕੌਣ ਕਹੇਗਾ?
डॉक्टर दवाई ना दवे तो डॉक्टर काहदा है? वैद वैदगी जानदा ही नहीं ते वैद दा बनाउणा की है? फिर वैद बुलाया वैदगी, वैदगी करने वास्ते वैद नूं बुलाया सी ना महाराज ने। ते करसान भी जे करसानी करदा तां ही है ना, किन्ने करनी है? मन रूपी हक करसान ने। शुभ गुणा दा पानी देना पहला बत्तर वास्ते, फिर नाम बीज, नाम रूपी बीज बीजना श्री रूपी खेत, संतोख दा सुहागा ते गरीबी भाव रखना, निमरता रखनी। सो साध संगत जी, जगत जलंदे दा भला करदे धन गुरु नानक देव माफे। बाबा गया बगदाद नूं, बाहर जाए किया अस्थाना। एक बाबा काल रूप, दूजा रबाबी मरदाना। इस पंक्ति नूं लैंदे ने ज्यादा विद्वान भी, दूजा दा नां ही नहीं लिखिया बाले दा, तां मरदाने दा ही लिखे। फिर उन्होंने होर भाई गुरदास दीयां वारां नहीं ना पढ़ियां, जिहदे सारे सिखां दा नां लिखिया महाराज भाई गुरदास जी ने। पहला बाले दा ही लिखिया। संधू है भाई बाला, गोत ओहदी जिमींदार है। ਇਹਦੇ ਖੂਹ ਤੇ बैठे सी। ਆਪਾਂ इधर ਨੂੰ नहीं जाना। गुरु बाबा जी दे नाल है ਇਹ खरा सौदा सच्चा सौदा करन वेले भी। मरदाना तो उदों आया ना जदों महाराज ने भाई फरंदे तो रबाब लैके फिर चले, सोधन धरत लुकाई। बगदाद विच पहुंचे महाराज। अमृत वेला है, पर भाई मरदाने नूं हुक्म सी नगरी बस्ती होवे, कोई रोही बियाबान होवे, ਸਰੋਤਾ होवे जां कोई ना होवे, आसा जी दी वार दा कीर्तन करना। अब उस बाणी का नाम ही सच्चे पातशाह ने आसा जी दी वार। जिहड़े सहकामी लोग ने उन्होंने इच्छा पूर्वक है, जिहड़े निष्कामी हो के आसा दी वार कीर्तन करते ने जां सुनते ने, उन्होंने मोक्ष की दाता भी है। जे कोई इच्छा लेके रोज कीर्तन सुनता आसा जी दी वार दा जां करदा है, उसकी इच्छा भी पूरी हो जाती, आसा पूरियां कर देंदी है। भाई मरदाने ने आसा दी वार दा कीर्तन शुरू किया। शिव दे पासे बगदाद दे बैठे सी महाराज। पशवा दी हवा चल रही सी, टका दा समा सी, दूर तक आवाज जाती है। ये बगदाद दे विच जिहड़ा पीर सी दस्तगीर, ओहदा बगदाद विच हुक्म सी किसी ने कीर्तन नहीं करना, संगीत नहीं गाउणा, कोई साज नहीं बजाउणा। जिहड़ा बजाएगा, संगीत करेगा, संगीत गाएगा, उन्हें पत्थर मार मार के मार दिता जाएगा। जिवें एक गलती हुंदी है फिर उहदी एक सजा हुंदी है। जिवें चोरी वाली नूं होर धारा लगदी है, जे कोई लड़ाई झगड़ा करदा है उन्हें होर धारा लगदी है। उन्होंने धारा बना दी सी कि संगे मार, जिहड़ा संगीत गाएगा उन्होंने पत्थर मार मार के मार दिता जाएगा। जदों सवेरे अमृत वेले रबाब वजदी है, टका दा समा सी, दूर तक आवाज आंदी। दस्तगीर पीर दा एक मरीद
ਅਸੀਂ ਬਾਬਾ ਜੀ ਨੂੰ ਪੁੱਛਿਆ ਕਾਰ ਸੇਵਾ ਵਾਲਿਆਂ ਨੂੰ, ਇਹ ਵੈਸੇ ਸਾਨੂੰ ਜਾਣਦੇ ਤਾਂ ਬੜੇ ਚਿਰ ਦੇ ਨੇ, ਅਸੀਂ ਵੀ ਇਹਨਾਂ ਨੂੰ ਜਾਣਦੇ ਹਾਂ। ਉਦੋਂ ਹੋਰ ਡਰਾਈਵਰੀ ਕਰਦੇ ਸੀ, ਹੁਣ ਮਹਾਂਪੁਰਸ਼ਾਂ ਦੀ ਡਰਾਈਵਰੀ ਕਰਦੇ, ਕਿਉਂਕਿ ਇਹਨਾਂ ਦੇ ਅਸੀਂ ਬਹੁਤ ਚਿਰ ਤੋਂ ਉੱਥੇ ਘਰੇ ਲੁਧਿਆਣੇ ਜਾਂਦੇ ਸੀ। ਭਾਈ ਰਾਮ ਸਿੰਘ ਹੁਣ ਵੀ ਸਮੇਤ ਪਰਿਵਾਰ ਹਰ ਪੂਰਨਮਾਸ਼ੀ ਨੂੰ ਆਉਂਦੇ ਹੋ। ਇੱਥੇ ਧੰਨਾ ਭਗਤ ਧੰਨਾ ਜੀ ਦਾ ਸਥਾਨ ਹੈ, ਨਦੀ ਦੇ ਕਿਨਾਰੇ। ਆਉਣ ਜਾਣ ਵਾਲੀ ਸੰਗਤ ਵਾਸਤੇ ਰਾਤ ਨੂੰ ਦਿਨੇ ਲੰਗਰ ਦਾ ਪ੍ਰਬੰਧ ਹੈ। ਬੜੀ ਵੱਡੀ ਸੇਵਾ ਇਹਨਾਂ ਦੀ। ਆਪਾਂ ਸੇਵਕ ਕਹਿੰਦੇ, ਉਹ ਮਰੀਦ ਕਹਿ ਦਿੰਦੇ ਨੇ। ਇੱਕ ਮਰੀਦ ਦਸਤਗੀਰ ਪੀਰ ਦਾ ਬਾਹਰ ਦਿਸ਼ਾਦਕ ਵਾਸਤੇ ਨਿਕਲਿਆ, ਉਹਦੇ ਕੰਨ 'ਚ ਆਵਾਜ਼ ਪਈ ਰਬਾਬ ਵੱਜਣ ਦੀ। ਥੋੜਾ ਜਿਹਾ ਜਦੋਂ ਨੇੜੇ ਹੋਇਆ ਤਾਂ ਇਹ ਸ਼ਬਦ ਸੁਣਿਆ ਉਹਨੇ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇਕ ਬਾਤ, ਸਹਿਜ 18 ਹੈ ਕਹਿਣ ਕਤੇਬਾ, ਅਸਲੂ ਇਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣਾ। ਵੀ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਹਿ ਰਹੇ ਨੇ। ਇਹ ਦੌੜ ਕੇ ਦਸਤਗੀਰ ਪੀਰ ਕੋਲ ਗਿਆ। ਪੀਰ ਸਾਈਂ, ਬਗਦਾਦ ਵਿੱਚ ਬੜਾ ਕੁਫਰ ਹੋ ਰਿਹਾ ਹੈ। ਪਾਪ ਆਪਾਂ ਪਾਪ ਕਹਿੰਦੇ, ਉਹ ਕੁਫਰ ਕਹਿੰਦੇ ਨੇ। ਆਪਾਂ ਪਾਪੀ ਕਹਿੰਦੇ, ਉਹ ਕਾਫਰ ਕਹਿੰਦੇ ਨੇ। ਕਾਫਰ ਕੁਫਰ ਹੋ ਰਿਹਾ ਬਗਦਾਦ ਦੇ ਵਿੱਚ। ਦਸਤਗੀਰ ਕਹਿੰਦਾ, ਕੀ ਗੱਲ? ਕਹਿੰਦਾ, ਸੰਗੀਤ ਗਾਇਆ ਜਾ ਰਿਹਾ, ਰਬਾਬ ਵੱਜ ਰਹੀ ਹੈ ਬਗਦਾਦ ਦੇ ਵਿੱਚ। ਅੱਜ ਤਾਂ ਆਪਾਂ ਹਰ ਇੱਕ ਗੁਰੂ ਘਰ 'ਚ ਕੀਰਤਨ ਦਾ ਆਨੰਦ ਮਾਣਦੇ ਹਾਂ, ਤਾਂ ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਹੈ। ਅੱਜ ਬੜੇ ਰੁਜ਼ਗਾਰ ਗੁਰਮੁਖ ਕੀਰਤਨ ਕਰਨ ਵਾਲਿਆਂ ਦਾ ਬੜਾ ਆਨੰਦਮਈ ਜੀਵਨ ਬਤੀਤ ਹੁੰਦਾ, ਸਤਿਕਾਰ ਹੁੰਦਾ ਉਹਨਾਂ ਗੁਰਮੁਖਾਂ ਦਾ। ਕਰਨਾ ਵੀ ਚਾਹੀਦਾ ਬਾਣੀ ਪੜ੍ਹਨ ਵਾਲਿਆਂ ਦਾ, ਪਰ ਪਹਿਲਾਂ ਗੁਰੂ ਨਾਨਕ ਦਾ ਸ਼ੁਕਰ ਕਰ ਲੈਣਾ ਚਾਹੀਦਾ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਆਪਾਂ ਕੀਰਤਨ ਭਗਤੀ ਦਾ ਆਨੰਦ ਮਾਣਦੇ ਹਾਂ। ਇਸ ਦੇਸ਼ ਵਿੱਚ ਤਾਂ ਸੰਗੀਤ ਗਾ ਹੀ ਨਹੀਂ ਸੀ ਸਕਦਾ। ਉਹ ਕਹਿੰਦਾ, ਇੱਕ ਤਾਂ ਰਬਾਬ ਵੱਜ ਰਹੀ ਹੈ, ਤੇ ਰਬਾਬ ਵਜਾਉਣ ਵਾਲੇ ਹੋਰ ਵੀ ਕਹਿ ਰਹੇ ਨੇ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ। ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਕਾਸ਼ ਨੇ, ਅਜੇ ਵੀ ਕੋਈ ਅੰਤ ਨਹੀਂ। ਸਾਡੇ ਪਕੰਬਰਾਂ ਨੇ 7 ਪਤਾਲ ਤੇ 7 ਆਕਾਸ਼ ਹੀ ਆਖੇ ਨੇ, 14 ਹੀ ਆਖੇ ਨੇ ਉਹਨਾਂ ਨੇ। ਇਹ ਲੱਖਾਂ ਪਤਾਲ, ਲੱਖਾਂ ਆਕਾਸ਼। ਪੀਰ ਕਹਿੰਦਾ, ਫਿਰ ਕਾਨੂੰਨ ਲਾਗੂ ਕਰੋ ਜਿਹੜਾ ਬਣਿਆ ਹੋਇਆ, ਪੱਥਰ ਮਾਰ ਮਾਰ ਕੇ ਮਾਰ ਦਿਓ। ਸਾਰੇ ਬਗਦਾਦ ਵਾਸੀ ਗੁਰੂ ਬਾਬਾ ਜੀ ਨੂੰ ਪੱਥਰ ਮਾਰਨ ਵਾਸਤੇ ਆ ਰਹੇ ਨੇ। ਦਸਤਗੀਰ ਪੀਰ ਨੇ ਵੀ ਚੁੱਕਿਆ ਹੋਇਆ ਪੱਥਰ, ਕਿਉਂਕਿ ਜਦੋਂ ਆਗੂ ਅੱਗੇ ਲੱਗੇਗਾ ਦੂਜੇ ਫੇਰ ਹੀ ਮਗਰ ਲੱਗਣਗੇ ਨਾ। ਇਹ ਤਾਂ ਆਗੂਆਂ ਦੀ ਮਰਜ਼ੀ, ਜਿੱਧਰ ਮਰਜ਼ੀ ਲੈ ਜਾਣ ਰਸਾਤਲ। ਸਾਡੇ ਤੇ ਆਗੂਆਂ ਨੇ ਕਿਰਪਾ ਕੀਤੀ ਹੁਣ ਤੱਕ, ਹੁਣ ਸਾਡੀਆਂ ਥੋੜ੍ਹੀਆਂ ਜਿਹੀਆਂ ਅੱਖਾਂ ਖੁੱਲੀਆਂ, ਕਿਤੇ ਫੇਰ ਨਾ ਮੀਟ ਲਿਓ, ਫੇਰ ਆਉਣਗੇ। ਹੁਣ ਪੰਥ ਗਿਆ, ਦੇਸ਼ ਗਿਆ, ਕੱਖ ਨਹੀਂ ਹੁੰਦਾ ਪੰਥ ਨੂੰ ਕਦੇ। ਪੰਥ ਦਾ ਨਾਂ ਲੈ ਲੈ ਕੇ ਲੁੱਟੀ ਗਏ, ਕੋਈ ਦੇਸ਼ ਦਾ ਨਾਂ ਲੈ ਲੈ ਕੇ ਲੁੱਟੀ ਗਏ। ਪੰਥ ਕਾਲ ਪੁਰਖ ਦਾ ਹੈ, ਕਿਸੇ ਬੰਦੇ ਦਾ ਪੰਥ ਹੈ। ਇਹਨਾਂ ਨੂੰ ਖਤਰਾ ਕਿੱਧਰ ਹੋ ਗਿਆ?
ਖਾਲਸਾ ਕਾਲ ਪੁਰਖ ਕੀ ਫੌਜ ਹੈ, ਕਿਸੇ ਬੰਦੇ ਦੀ ਫੌਜ ਹੈ? ਇੱਕ ਬੰਦੇ ਦਾ ਬਣ ਕੇ ਰਹਿ ਗਿਆ ਖਾਲਸਾ ਤਾਂ ਬਸ। ਜਦੋਂ ਇਹਨਾਂ ਦੀ ਬੇੜੀ ਡੁੱਬਣ ਲੱਗਦੀ ਹੈ, ਕੋਈ ਪੰਥ ਦਾ ਨਾਮ ਲੈਂਦਾ, ਕੋਈ ਦੇਸ਼ ਦਾ ਨਾਮ ਲੈਂਦਾ। ਹੁਣ ਸਾਡੀਆਂ ਥੋੜ੍ਹੀਆਂ ਜਿਹੀਆਂ ਅੱਖਾਂ ਖੁੱਲੀਆਂ, ਜ਼ਿਆਦੀਆਂ ਤਾਂ ਨਹੀਂ ਖੁੱਲੀਆਂ, ਅਜੇ ਵੀ ਝੰਡੀਆਂ ਚੱਕੀ ਫਿਰਦੇ ਆ ਬਹੁਤ ਸਾਰੇ। ਅਸੀਂ ਉਹਨਾਂ ਨੂੰ ਰਾਜ ਦਿੰਦੇ ਸੀ, ਅਸੀਂ ਉਹਨਾਂ ਦੇ ਸੱਦ ਕੇ ਗਲਾਂ 'ਚ ਹਾਰ ਪਾਉਂਦੇ ਸੀ। ਆ ਸਾਡੇ ਉੱਤੇ ਉਹ ਜ਼ੁਲਮ ਹੋ ਰਿਹਾ, ਸਾਡੇ ਉੱਤੇ ਕਾਨੂੰਨ ਲਾਗੂ ਹੋ ਜਾਂਦੇ। ਦੇਖੋ ਕਿੰਨੀ, ਇੱਕ ਤਾਂ ਦੋਗਲੀ ਲੁੱਟ ਹੁੰਦੀ ਹੈ ਤਾਂ ਕਈ ਗੁਣਾ ਲੁੱਟ ਹੋ ਗਈ। ਪਰ ਚਲੋ ਲੇਟ ਆਏ ਦਰੁਸਤ ਆਏ, ਪਰ ਜਾਗਦੇ ਰਹਿਣਾ, ਪੁੱਛਣਾ ਕੀ ਕਰਿਆ ਸੀ, ਕੀ ਕੀਤਾ। ਸਾਨੂੰ ਉਹ ਜਿਵੇਂ ਬੱਚੇ ਨੂੰ ਇੱਕ ਡੱਕੇ ਦੇ ਨਾਲ ਅੱਗੇ ਲੱਗੀ ਹੁੰਦੀ ਛੋਟੀ ਜਿਹੀ ਟੋਫੀ ਜੀ, ਉਹ ਦੇ ਦਿੰਦੇ, ਆਟਾ ਫ੍ਰੀ ਕਰ ਦਾਂਗੇ ਤੁਹਾਡਾ, ਦਾਲ ਵੀ ਫ੍ਰੀ ਦਿਆਂਗੇ। ਆ ਜਿਹੜੀ ਕੌਮ ਨਵਾਬੀਆਂ ਨੂੰ ਠੋਕਰਾਂ ਮਾਰਦੀ ਰਹੀ ਹੈ, ਆਟੇ ਦਾਲ ਤੇ ਲਿਆ ਕੇ ਖੜਾਤੀ ਹੈ। ਬਾਹਲੀ ਗੱਲ ਬਿਜਲੀ ਦਾ ਬਿੱਲ ਛੱਡ ਦਾਂਗੇ, ਹੋਰ ਦੱਸੋ ਕੀ ਕਹਿੰਦੇ। ਇਹ ਭਿਖਾਰੀ ਕੌਮ ਬਣਾਤੀ, ਭਿਖਾਰੀ ਜਿਹੜੀ ਨਵਾਬੀਆਂ ਨੂੰ ਠੋਕਰਾਂ ਮਾਰਦੀ ਹੁੰਦੀ, ਅੱਜ ਵਿਚਾਰੀ ਭਿਖਾਰੀ ਕੌਮ ਬਣਾ ਦਿੱਤੀ ਇਹਨਾਂ ਨੇ। ਕੁਛ ਨਹੀਂ, ਅੱਜ ਵੀ ਚੜ੍ਹਦੀ ਕਲਾ ਹੈ, ਪਰ ਸਾਧ ਸੰਗਤ ਸੁਚੇਤ ਹੋਣਾ ਹੈ, ਜਾਗਦੇ ਰਹਿਣਾ। ਜੇ ਭਾਈ ਗੁਰਦਾਸ ਜੀ ਕਹਿੰਦੇ ਨੇ ਆਗੂ ਵੀ ਕੌਮ ਨੂੰ ਰਸਾਤਲ ਚ ਲਿਜਾਣਾ ਚਾਹੁੰਦਾ ਹੈ, ਫਿਰ ਕੌਮ ਦਾ ਕੀ ਕਸੂਰ ਹੈ? ਕੌਮ ਤਾਂ ਕੁਰਬਾਨੀਆਂ ਕਰ ਸਕਦੀ ਹੈ, ਦਾਨ ਕਰ ਸਕਦੀ ਹੈ, ਤੇ ਉਹ ਕਰ ਵੀ ਰਹੀ ਹੈ। ਜਿਹੜਾ ਦਿਨ ਰਾਤ ਇੱਕ ਕਰਕੇ ਲੋਕਾਂ ਦਾ ਪੇਟ ਭਰਦਾ, ਉਹਦਾ ਪੇਟ ਚੀਰਿਆ ਜਾ ਰਿਹਾ, ਉਹਦਾ ਹੀ ਪੇਟ ਕੱਟਿਆ ਜਾ ਰਿਹਾ, ਉਹਦੇ ਤੋਂ ਹੀ ਹੱਕ ਖੋਏ ਜਾ ਰਹੇ। ਜਿਹੜੀਆਂ ਜਾਇਦਾਦਾਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦੇ ਕੇ ਮਾਲਕ ਬਣਾਇਆ ਸੀ ਨਾ ਆਪਾਂ ਨੂੰ, ਅੱਜ ਫੇਰ ਆਪਾਂ ਨੂੰ ਵਣਜਾਰੇ ਬਣਾਉਣ ਜਾ ਰਹੇ ਨੇ। ਪਹਿਲਾਂ ਵੀ ਵਣਜਾਰੇ ਸੀ ਤੇ ਹੁਣ ਫੇਰ ਤਿਆਰੀਆਂ ਵਣਜਾਰੇ ਬਣਾਉਣ ਦੀਆਂ ਨੇ। ਸਾਧ ਸੰਗਤ ਮਾਲਕ ਨਹੀਂ ਹੋਏਗਾ ਕੋਈ ਫੇਰ। ਅੱਜ ਸਮਾਂ ਸੁਚੇਤ ਹੋਣ ਦੀ ਲੋੜ ਹੈ। ਅੱਗੇ ਲੱਗਿਆ ਹੋਇਆ ਉਹ ਪੀਰ ਦਸਤਗੀਰ, ਵੱਡੇ ਵੱਡੇ ਪੱਥਰ ਚੁੱਕੇ ਹੋਏ ਨੇ। ਮਰਦਾਨਾ ਲੋਕਾਂ ਦੀ ਭੀੜ ਨੂੰ ਦੇਖ ਕੇ ਕਹਿੰਦਾ, ਮਹਾਰਾਜ ਉਹ ਜਿਹੜੇ ਲੋਕ ਪੱਥਰ ਚੱਕੀ ਆਉਂਦੇ ਨੇ, ਮੈਨੂੰ ਲੱਗਦਾ ਇਹਨਾਂ ਦੇ ਖਿਆਲ ਚੰਗੇ ਜੇ ਨਹੀਂ, ਵੀ ਪੱਥਰ ਮਾਰ ਮਾਰ ਕੇ ਆਪਾਂ ਨੂੰ ਮਾਰ ਦੇਣਗੇ। ਮਹਾਰਾਜ ਕਹਿੰਦੇ, ਭਾਈ ਮਰਦਾਨਾ ਕੌਣ ਤੈਨੂੰ ਪੱਥਰ ਮਾਰ ਸਕਦਾ ਹੈ? ਕਰਤਾਰ ਸਾਨੂੰ ਇਹਨਾਂ ਦੇ ਪੱਥਰਾਂ ਵਰਗੇ ਹਿਰਦਿਆਂ ਨੂੰ ਨਰਮ ਕਰਨ ਵਾਸਤੇ ਇੱਥੇ ਲੈ ਕੇ ਆਏ। ਤੂੰ ਰੰਗ ਦੇਖੀ ਜਾ ਕਰਤਾਰ ਦੇ। ਜਦੋਂ ਕੋਲ ਆ ਗਏ, ਉਹਨਾਂ ਨੇ ਉਤਾਂ ਨੂੰ ਬਾਹਾਂ ਚੱਕ ਲੀਆਂ, ਪੱਥਰ ਉਲਾਰਲੇ ਮਾਰਨ ਵਾਸਤੇ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਨੇ ਰੰਗ ਦੇਖੀ ਜਾਏ ਤੇ ਪੱਥਰ ਏਡੇ ਏਡੇ ਨੇ, ਦੋ ਕੁ ਸਿਰ 'ਚ ਲੱਗ ਗਏ, ਰੰਗ ਬਚਣਾ ਹੀ ਕੁਛ ਨਹੀਂ। ਸੋ ਸਾਧ ਸੰਗਤ ਜੀ, ਆਪਣੇ ਮਨ 'ਚ ਇੱਕ ਵਿਚਾਰ ਆਉਂਦੀ ਹੋਣੀ ਹੈ, ਕਿੱਡੇ ਬੇਸਮਝ ਲੋਕ ਸੀ ਉਹ। ਗੁਰੂ ਬਾਬਾ ਜੀ ਪਰਮਾਤਮਾ ਦਾ ਜਸ ਗਾ ਰਹੇ ਸੀ ਤੇ ਉਹ ਪੱਥਰ ਮਾਰਨ ਆਏ ਸੀ। ਕਿੱਡੇ ਬੇਸਮਝ। ਉਦੋਂ ਤਾਂ ਇਕੱਲੇ ਬਗਦਾਦ ਵਿੱਚ ਹੀ ਪੱਥਰ ਮਾਰਨ ਆਏ ਸੀ ਨਾ, ਅੱਜ ਤਾਂ ਹਰ ਪਿੰਡ ਵਿੱਚ ਬਾਣੀ ਪੜ੍ਹਨ ਵਾਲੇ ਨੂੰ ਪੱਥਰ ਵੱਜਦੇ ਆ। ਹਰ ਥਾਂ ਤੇ ਕੀਰਤਨ ਕਰਨ ਵਾਲੇ ਨੂੰ ਪੱਥਰ ਮਾਰੇ ਜਾਂਦੇ ਆ, ਕਥਾ ਕਰਨ ਵਾਲੇ ਨੂੰ। ਤੁਸੀਂ ਕਹੋਗੇ ਕਿੱਥੇ ਮਾਰੇ ਸੀ ਕਿਸੇ ਨੇ ਪੱਥਰ? ਇਹ ਪੁੱਛੋ ਕਿੱਥੇ ਨਹੀਂ ਮਾਰੇ। ਪੱਥਰ ਸਰੀਰ ਤੇ ਲੱਗਦਾ ਹੈ, ਜ਼ਖਮ ਕਰਦਾ, ਡਾਕਟਰ ਉੱਥੇ ਪੱਟੀ ਕਰਕੇ ਮਲਮ ਪੱਟੀ ਕਰ ਦਿੰਦੇ, ਜ਼ਖਮ ਠੀਕ ਹੋ ਜਾਂਦਾ। ਪਰ ਜਿਹੜਾ ਜ਼ਬਾਨ ਤੋਂ ਬੋਲਿਆ ਬੱਚੇ ਨੇ ਮਨ ਤੇ ਜ਼ਖਮ ਕਰਦਾ, ਦਿਲ ਤੇ ਜਾ ਕੇ ਜ਼ਖਮ ਕਰਦਾ ਹੈ। ਦਿਲ ਦੇ ਉੱਤੇ ਪੱਟੀ ਮਲਮ ਨਹੀਂ ਲੱਗਦੀ। ਅੱਜ ਜਿਹੜੀਆਂ ਗੱਲਾਂ ਲੋਕੀ ਕੀਰਤਨ ਕਰਨ ਵਾਲਿਆਂ ਨੂੰ ਬੋਲਦੇ ਨੇ, ਪਾਠੀ ਸਿੰਘਾਂ ਨੂੰ ਬੋਲਦੇ ਨੇ,
ਗ੍ਰੰਥੀ ਸਿੰਘਾਂ ਨੂੰ ਬੋਲਦੇ ਨੇ, ਕਥਾਵਾਚਕਾਂ ਨੂੰ ਬੋਲਦੇ ਨੇ, ਉਹ ਪੱਥਰਾਂ ਨਾਲੋਂ ਵੀ ਦੁਖਦਾਈ ਨੇ ਤੇ ਹਰ ਪਿੰਡ 'ਚ ਬੋਲਦੇ ਨੇ। ਕਹਿੰਦੇ ਨੇ ਅਸੀਂ ਗ੍ਰੰਥੀ ਰੱਖਿਆ ਹੋਇਆ, ਇਹ ਸ਼ਬਦ ਹੀ ਗਲਤ ਹੈ ਅਸਲ ਵਿੱਚ। ਤੁਸੀਂ ਸੀਰੀ ਵੀ ਰੱਖਿਆ ਹੈ ਤੇ ਗ੍ਰੰਥੀ ਵੀ ਰੱਖਿਆ, ਫਰਕ ਕੀ ਇਹਦੇ 'ਚ? ਤੁਸੀਂ ਕਹਿੰਦੇ ਨੇ ਅਸੀਂ ਸੀਰੀ ਰੱਖ ਲਿਆ ਤੇ ਤੁਸੀਂ ਕਹਿੰਦੇ ਗ੍ਰੰਥੀ ਵੀ ਰੱਖ ਲਿਆ। ਕਿੰਨਾ ਕੁ ਸਤਿਕਾਰ ਹੈ। ਇਹ ਚੱਲੀ ਤਾਂ ਮਰਿਆਦਾ ਬਾਬਾ ਬੁੱਢਾ ਸਾਹਿਬ ਜੀ ਤੋਂ ਹੈ। ਜਿਸ ਬਾਬਾ ਬੁੱਢਾ ਸਾਹਿਬ ਨੂੰ 6ਵੇਂ ਪਾਤਸ਼ਾਹ ਆਪਣੇ ਸੱਜੇ ਪਾਸੇ ਬਿਠਾਉਂਦੇ ਹੁੰਦੇ ਸੀ, ਤੇ ਅੱਜ ਉਹ ਗ੍ਰੰਥੀ ਰੱਖਣ ਲੱਗ ਗਏ ਤੁਸੀਂ। ਗ੍ਰੰਥੀ ਤਾਂ ਰੋਜ਼ ਤੁਹਾਨੂੰ ਰੱਖਦਾ ਅਰਦਾਸਾਂ ਕਰ ਕਰਕੇ, ਇਹਨਾਂ ਦੀ ਫਸਲ ਬੜੀ ਚੰਗੀ ਹੋਵੇ, ਡੰਗਰ ਪਸ਼ੂ ਚੰਗੇ ਰਹਿਣ, ਇਹਨਾਂ ਦੇ ਬਾਲ ਬੱਚੇ ਦੇਸਾਂ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵੀ ਠੀਕ ਰਹਿਣ। ਤੇ ਗ੍ਰੰਥੀ ਦੀ ਤਨਖਾਹ 6000 ਰੁਪਇਆ, 7000। ਇਹ ਵੀ ਬਹੁਤ ਵੱਡਾ ਲਾਲਚ ਹੈ ਜੇ ਇੰਨੇ ਮਾਇਆ ਦੇ ਦਈਏ। ਅਸੀਂ ਜ਼ਮੀਨਾਂ ਜਾਇਦਾਦਾਂ ਵਾਲੇ 6000 ਨਾਲ ਨਿਰਵਾਹ ਨਹੀਂ ਕਰ ਸਕਦੇ। ਗ੍ਰੰਥੀ ਦਾ ਪਰਿਵਾਰ ਹੈ, ਉਹਦੇ ਬੱਚੇ ਨੇ, ਬਿਮਾਰ ਠਮਾਰ ਵੀ ਹੁੰਦੇ ਨੇ, ਪੜ੍ਹਾਈ ਵੀ, ਰਿਸ਼ਤੇਦਾਰੀਆਂ 'ਚ ਵੀ ਜਾਣਾ ਹੈ, ਨਿਰਵਾਹ। ਸੋ ਸਾਧ ਸੰਗਤ ਜੀ, ਅੱਜ ਸਾਡੇ ਸਤਿਕਾਰ ਹੈ ਨੱਚਣ ਵਾਲਿਆਂ ਦਾ, ਗਾਉਣ ਵਾਲਿਆਂ ਦਾ, ਕੀਰਤਨੀਆਂ ਦਾ, ਪਾਠੀ ਸਿੰਘਾਂ ਦਾ, ਕਥਾਵਾਚਕਾਂ ਦਾ, ਢਾਡੀ ਸਿੰਘਾਂ ਦਾ, ਕਵੀਸ਼ਰਾਂ ਦਾ ਸਤਿਕਾਰ ਨਹੀਂ ਹੈ। ਕਿਸੇ ਵਿਆਹ ਦੇ ਉੱਤੇ ਗਾਉਣ ਵਾਲਾ ਸੱਦ ਲਓ 2 ਘੰਟੇ, ਉਹ ਇੱਕ ਵਾਰੀ ਵੀ ਸਟੇਜ ਤੇ ਵਾਹਿਗੁਰੂ ਸ਼ਬਦ ਨਹੀਂ ਬੋਲਦਾ, ਇੱਕ ਵਾਰੀ ਵੀ, ਤੇ 2 ਘੰਟਿਆਂ 'ਚ 2.5 ਲੱਖ ਰੁਪਇਆ ਤੁਹਾਡੇ ਤੋਂ ਲੈਂਦਾ ਹੈ। ਤੇ ਸਾਧ ਸੰਗਤ ਜੀ, ਕਿਤੇ ਕੀਰਤਨ ਕਰਨ ਵਾਲਾ, ਵੈਸੇ ਅਸੀਂ ਬੇਨਤੀ ਕਰਦੇ ਹੁੰਦੇ ਹਾਂ, ਇੱਕ ਰਾਗੀ ਜਥਾ ਕੀਰਤਨ ਕਰਨ ਵਾਲਾ ਆਇਆ ਬੱਚੇ ਦੇ ਜਨਮ ਦਿਨ ਤੇ, ਅੱਜ ਵੀ ਇਹਨਾਂ ਦੇ ਪੋਤਰੇ ਦਾ ਜਨਮ ਦਿਨ ਹੈ। ਉਹ 3 ਸਿੰਘ ਆਏ, 2100 ਰੁਪਇਆ 2 ਘੰਟਿਆਂ ਦਾ ਉਹਨਾਂ ਨੂੰ ਕੀਰਤਨ ਦਾ ਦਿੱਤਾ ਉਹਨਾਂ ਨੇ। ਉਹ ਕਹਿੰਦਾ ਵੀ ਮੈਂ ਕਿਹਾ ਅਸੀਂ 3 ਸਿੰਘ ਆਇਆ ਗੱਡੀ ਲੈ ਕੇ, ਤੇ ਤੁਸੀਂ ਭੇਟਾ 2100 ਹੀ ਦਿੱਤੀ। ਉਹ ਕਹਿੰਦੇ ਬਜ਼ੁਰਗ ਇੰਨਾ ਸਾਨੂੰ ਉੱਚਾ ਨੀਵਾਂ ਬੋਲਿਆ, ਧੱਕੇ ਮਾਰਨ ਤੱਕ ਗਿਆ। ਲਾਲਚ ਨੇ ਖਾ ਲਿਆ ਤੁਹਾਨੂੰ। 2 ਘੰਟਿਆਂ ਦੇ 2100 ਰੁਪਇਆ ਲੋੜ ਆਇਆ ਹੋਇਆ ਕਿਤੇ। ਉਹ ਆਪਣਾ ਕੰਮ ਬਦਲ ਗਿਆ, ਰਾਗੀ ਪੁਣਾ ਛੱਡ ਕੇ ਗਾਉਣ ਵਾਲਾ ਬਣ ਗਿਆ। 10 ਕੁ ਸਾਲਾਂ ਬਾਅਦ ਉਸੇ ਪੋਤਰੇ ਦਾ ਵਿਆਹ ਸੀ, ਉਹਨੂੰ ਗਾਉਣ ਵਾਲੇ ਨੂੰ ਹੀ ਸੱਦ ਲਿਆ। ਉਹਨੇ 2 ਘੰਟੇ ਸਟੇਜ ਤੇ ਗਾਇਆ, ਉਹਦੀਆਂ ਨੂੰਹਾਂ ਨੱਚੀਆਂ, ਨਾਲ ਲੜਕੀਆਂ ਨੱਚੀਆਂ, ਹੋਰ ਰਿਸ਼ਤੇਦਾਰਾਂ ਨੇ ਉੱਤੋਂ ਦੀ ਪੈਸੇ ਸਿੱਟੇ। 2.5 ਲੱਖ ਰੁਪਇਆ 2 ਘੰਟਿਆਂ ਦਾ ਉਸੇ ਬਜ਼ੁਰਗ ਨੇ, ਦਾਦੇ ਨੇ ਦਿੱਤਾ ਉਹਨੂੰ। ਜਦੋਂ ਸਟੇਜ ਤੋਂ ਉਤਰਿਆ ਬਜ਼ੁਰਗ ਜੱਪਿਆ, ਉਹ ਬੱਲੇ ਬੱਲੇ ਕਰਾਤੀ ਵੀ ਵਾਹ 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 ਹੋ ਗਈ, ਇਲਾਕੇ ਧੰਨ ਧੰਨ ਹੋ ਗਈ ਗਏ। ਉਹ ਕਹਿੰਦਾ ਮੈਂ ਉਹਨੂੰ ਬਾਂਹ ਤੋਂ ਫੜ ਕੇ ਬਾਹਰ ਲੈ ਗਿਆ ਗੱਡੀ ਕੋਲ, ਕਹਿੰਦਾ ਬਾਬਾ ਪਛਾਣਿਆ ਮੈਨੂੰ? ਕਹਿੰਦਾ ਨਹੀਂ। ਕਹਿੰਦਾ ਮੈਂ ਰਾਗੀ ਸਿੰਘਾਂ ਜਿਹੜੇ ਇਸੇ ਮੁੰਡੇ ਦੇ ਜਨਮ ਦਿਨ ਤੇ ਮੈਂ ਕੀਰਤਨ ਕਰਨ ਆਇਆ ਸੀ 2 ਘੰਟੇ, ਤਾਂ ਤੂੰ ਮੈਨੂੰ ਧੱਕੇ ਮਾਰਨ ਤੱਕ ਗਿਆ ਸੀ 2100 ਰੁਪਇਆ ਦੇ ਕੇ। ਹੁਣ ਮੈਂ ਤੇਰੀਆਂ ਧੀਆਂ ਨਚਾ ਚਲਿਆ ਸਟੇਜ ਦੇ ਉੱਤੇ, ਨਾਲ ਹੀ ਨੂੰਹਾਂ, ਨਾਲ ਹੀ 2.5 ਲੱਖ ਰੁਪਇਆ ਦਿੱਤਾ। ਛੱਡੀ ਜਾ ਜੁਕਾਰੇ, ਰਾਜ ਕਰੇਗਾ ਖਾਲਸਾ। ਹੋ ਜਾਏਗਾ ਰਾਜ। ਜਿੱਥੇ ਬਾਣੀ ਪੜ੍ਹਨ ਵਾਲਿਆਂ ਦਾ ਸਤਿਕਾਰ ਨਹੀਂ, ਕੀਰਤਨ ਕਰਨ ਵਾਲਿਆਂ ਦਾ, ਢਾਡੀ ਸਿੰਘਾਂ ਦਾ, ਨਚਾਰਾਂ ਦਾ ਸਤਿਕਾਰ ਹੋਵੇ ਤੇ ਉਹ ਜਕਾਰੇ ਛੱਡਣ, ਰਾਜ ਕਰੇਗਾ ਖਾਲਸਾ। ਹੋਣ ਵਾਲਾ ਹੀ ਹੈ ਫਿਰ ਤਾਂ। ਕਿੱਧਰ ਨੂੰ ਚੱਲੇ ਆਪਾਂ? ਬਨਾਸ ਵਾਲੇ ਪਾਸੇ ਤੁਰੇ ਹੋਏ ਆ ਸਾਧ ਸੰਗਤ। ਇਹ ਹੱਡ ਬੀਤੀਆਂ ਗੱਲਾਂ ਨੇ, ਕਥਾ ਕਹਾਣੀਆਂ ਨਹੀਂ ਬਣਾਈਆਂ ਹੋਈਆਂ, ਕਹਾਣੀਆਂ ਨਹੀਂ ਬਣਾਈਆਂ। ਕਥਾ ਤਾਂ ਸੱਚੀ ਹੁੰਦੀ ਹੈ ਵੈਸੇ, ਜਿਹੜੀ ਆਪ ਘੜ ਕੇ ਬਣਾਈ ਹੈ ਉਹਨੂੰ ਕਹਾਣੀ ਕਹਿੰਦੇ ਨੇ। ਕਹਾਣੀ ਵੀ ਵੈਸੇ ਕਿਸੇ ਆਧਾਰ ਤੇ ਬਣਦੀ ਹੁੰਦੀ ਹੈ, ਉਹਦਾ ਕੋਈ ਸਿਧਾਂਤ ਹੁੰਦਾ। ਅੱਜ ਵੀ ਲੋਕ ਥਾਂ ਥਾਂ ਤੇ ਪੱਥਰ ਮਾਰਦੇ ਨੇ ਪਾਠੀ ਸਿੰਘਾਂ ਨੂੰ, ਕੀਰਤਨੀਆਂ ਨੂੰ,
ਕਥਾਵਾਚਕਾਂ ਨੂੰ, ਪਰ ਉਹ ਮਨ ਤੇ ਮਾਰਦੇ ਨੇ ਜਿੱਥੇ ਮਲਮ ਪੱਟੀ ਨਹੀਂ ਲੱਗਦੀ। ਸੋ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸੱਜੇ ਪਾਸੇ ਕੀਰਤਨੀ ਸਿੰਘਾਂ ਨੂੰ ਚੌਂਕੀ ਤੇ ਬਿਠਾਉਂਦੇ ਸੀ, ਰਾਗੀ ਸਿੰਘਾਂ ਨੂੰ। ਇੰਨਾ ਅਦਬ ਕਰਦੇ ਸੀ ਮਹਾਰਾਜ ਬਾਣੀ ਪੜ੍ਹਨ ਵਾਲੇ, ਕਰਨਾ ਚਾਹੀਦਾ। ਬਾਕੀ ਪੜ੍ਹਨ ਵਾਲਿਆਂ ਨੂੰ ਵੀ ਮਰਿਆਦਾ ਅਨੁਸਾਰ ਤੇ ਪ੍ਰੇਮ ਨਾਲ ਸ਼ਰਧਾ ਭਾਵਨਾ ਰੱਖਣੀ ਚਾਹੀਦੀ। ਬਿਰਤੀ ਪਦਾਰਥਵਾਦੀ ਉਹਨਾਂ ਦੀ ਨਹੀਂ ਹੋਣੀ ਚਾਹੀਦੀ। ਜਦੋਂ ਭਾਵਨਾ ਰੱਖ ਕੇ ਗੁਰੂ ਤੇ ਸ਼ਰਧਾ ਰੱਖ ਕੇ ਸੇਵਾ ਕਰਨਗੇ, ਦੁਨੀਆ ਦੇ ਪਦਾਰਥ ਉਹਨਾਂ ਦੇ ਚਰਨਾਂ 'ਚ ਰੁਲਦੇ ਫਿਰਨਗੇ। ਸਾਧ ਸੰਗਤ ਅਸੀਂ ਦੇਖੇ ਨੇ ਰੁਲਦੇ ਉਹਨਾਂ ਦੇ ਚਰਨਾਂ 'ਚ। ਤੇ ਜੇ ਪਦਾਰਥਾਂ ਨੂੰ ਲੈ ਕੇ ਤੁਰ ਪੈਣ ਤੇ ਗੁਰੂ ਦਾ ਆਸਾ ਹੀ ਭੁੱਲ ਜਾਏ, ਭਾਵਨਾ ਹੀ ਅੰਦਰੋਂ ਚਲੀ ਜਾਏ, ਤਾਂ ਫਿਰ ਸਾਧ ਸੰਗਤ ਜੀ ਇਹੀ ਹਾਲਤ ਹੁੰਦੀ ਹੈ। ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੁੰਦੀ ਹੈ। ਪੜ੍ਹਨ ਵਾਲਾ, ਕੀਰਤਨ ਕਰਨ ਵਾਲਾ ਸ਼ਰਧਾ ਨਾਲ ਕਰੇ ਤੇ ਕੀਰਤਨ ਕਰ ਸੁਣਨ ਵਾਲਾ ਸ਼ਰਧਾ ਨਾਲ ਸੁਣੇ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿੱਤ ਲਾਏ। ਕੰਡੀਸ਼ਨ ਦੋਹਾਂ ਤੇ ਲਾਗੂ ਹੁੰਦੀ ਹੈ, ਇਹ ਨਹੀਂ ਇੱਕ ਤੇ ਹੁੰਦੀ ਹੈ। ਦੋ ਤਾਰਾਂ ਨੇ, ਨੈਗੇਟਿਵ ਤੇ ਪੋਜ਼ਿਟਿਵ, ਇਕੱਠੀਆਂ ਹੋਣਗੀਆਂ ਤਾਂ ਪੱਖਾ ਚੱਲੇਗਾ, ਨਹੀਂ ਚੱਲੇਗਾ ਨਹੀਂ। ਜਦੋਂ ਤੁਹਾਨੂੰ ਬਾਹਾਂ ਚੱਕ ਲੀਆਂ ਮਾਰਨ ਲੱਗੇ, ਗੁਰੂ ਬਾਬਾ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਆਖਿਆ, ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ। ਬੜਾ ਯਤਨ ਕਰਦੇ ਨੇ, ਬਾਹਾਂ ਆਕੜੀਆਂ ਖੜੀਆਂ। ਦਸਤਗੀਰ ਪੀਰ ਨੇ ਦੇਖਿਆ ਕੋਈ ਵਲੀ ਪੀਰ ਹੈ, ਆਪਾਂ ਕਰਾਮਾਤੀ ਕਹਿੰਦੇ ਸੀ ਨਾ, ਉਹ ਹਸਨ ਅਬਦਾਲ ਕੰਧਾਰ ਦਾ ਇਲਾਕਾ ਹੈ, ਤੇ ਵਲੀ ਸ਼ਕਤੀਆਂ ਵਾਲਾ ਸੀ, ਤਾਂ ਹੀ ਉਹਨੇ ਪਹਾੜ ਰੇੜ ਦਿੱਤਾ ਸੀ ਨਾ। ਸ਼ਕਤੀ ਵਾਲੇ ਨੂੰ ਵਲੀ ਕਹਿੰਦੇ ਨੇ, ਵਲੀ ਪੀਰ। ਕੋਈ ਵਲੀ ਪੀਰ ਹੈ, ਸੱਟ ਤੋਂ ਬੇਅਦਬੀ ਹੋ ਗਈ, ਜਦ ਭਾਵਨਾ ਆਈ ਅੰਦਰ, ਸ਼ਰਧਾ ਆਈ, ਉਹਦੀਆਂ ਬਾਹਾਂ ਢਿੱਲੀਆਂ ਹੋਈਆਂ, ਪੱਥਰ ਸਿੱਟ ਕੇ ਪਰਾਂ ਆ ਕੇ ਗੁਰੂ ਬਾਬਾ ਜੀ ਨੇ ਸਿਜਦਾ ਕੀਤਾ, ਹੱਥ ਜੋੜ ਕੇ ਸਿਰ ਨਵਾ ਦੇਣਾ। ਸਿਜਦਾ ਕੀਤਾ। ਮਹਾਰਾਜ ਕਹਿੰਦੇ, ਪੀਰ ਸਾਈਂ ਸਾਨੂੰ ਪੱਥਰ ਮਾਰਨ ਆਏ, ਕੀ ਗੱਲ ਕੁਛ ਵਿਗਾੜਿਆ ਕਿ ਚੱਕਿਆ ਤੁਹਾਡਾ ਕੁਛ? ਪੀਰ ਕਹਿੰਦਾ, ਮਹਾਰਾਜ ਇਹਨਾਂ ਦੀਆਂ ਬਾਹਾਂ ਥੱਲੇ ਕਰ ਦਿਓ, ਫਿਰ ਅਰਜ਼ ਕਰਾਂਗੇ। ਸਤ ਕਰਤਾਰ ਆਖਿਆ ਮਹਾਰਾਜ ਨੇ, ਉਹਨਾਂ ਦੇ ਬਾਹਾਂ ਢਿੱਲੀਆਂ ਹੋ ਗਈਆਂ, ਪਰਾਂ ਪੱਥਰ ਸਿੱਟ ਗਿਆ ਕਿ ਨਿੰਮੋ ਝੂਣੇ ਜੇ ਨੀਵੀਆਂ ਜਿਹਾ ਪਾ ਕੇ ਬਹਿ ਗਏ। ਦੱਸੋ? ਕਹਿੰਦੇ, ਮਹਾਰਾਜ ਸਾਡੇ ਪਕੰਬਰਾਂ ਨੇ ਆਖਿਆ ਜਿਹੜਾ ਸੰਗੀਤ ਹੈ ਮਨ ਨੂੰ ਚੰਚਲ ਕਰਦਾ ਹੈ, ਵਿਸ਼ੇ ਵਿਕਾਰ ਪੈਦਾ ਕਰਦਾ ਹੈ। ਇਸ ਕਰਕੇ ਸਾਡੇ ਬਜ਼ੁਰਗਾਂ ਨੇ, ਪਕੰਬਰਾਂ ਨੇ ਇਹਨੂੰ ਬੰਦ ਕਰ ਦਿੱਤਾ ਤੇ ਕਾਨੂੰਨ ਬਣਾਤਾ, ਜਿਹੜਾ ਸੰਗੀਤ ਗਾਏਗਾ ਉਹਨੂੰ ਮਾਰਿਆ ਜਾਏਗਾ ਪੱਥਰ ਮਾਰ ਮਾਰ ਕੇ। ਮਹਾਰਾਜ ਕਹਿੰਦੇ, ਪੀਰ ਸਾਈਂ ਜਿਹੜਾ ਸੰਗੀਤ ਹੈ, ਰਾਗ ਹੈ, ਇਹ ਇੰਨਾ ਮਹਿੰਗਾ ਹੈ ਜਿਵੇਂ ਇੱਕ ਸੋਨੇ ਦਾ ਭਾਂਡਾ ਹੁੰਦਾ ਹੈ। ਸੋਨੇ ਦੇ ਭਾਂਡੇ ਵਿੱਚ ਕੋਈ ਦੁੱਧ ਪਾ ਕੇ ਪੀ ਲਵੇ ਤਾਂ ਉਹਨੂੰ ਸ਼ਕਤੀ ਮਿਲਦੀ ਹੈ, ਤਾਕਤ ਮਿਲਦੀ ਹੈ, એનર્ਜੀ ਮਿਲਦੀ ਹੈ। ਪੀਰ ਸਾਈਂ ਜੇ ਉਸੇ ਸੋਨੇ ਦੇ ਭਾਂਡੇ 'ਚ ਕੋਈ ਜ਼ਹਿਰ ਪਾ ਕੇ ਪੀ ਲਵੇ, ਕਹਿੰਦਾ ਜੀ ਫਿਰ ਤੜਪ ਤੜਪ ਕੇ ਮਰ ਜਾਏਗਾ। ਗੁਰੂ ਬਾਬਾ ਜੀ ਕਹਿੰਦੇ, ਅਸੀਂ ਇਹ ਸੰਗੀਤ ਨਾਲ ਰੱਬ ਦੀ ਸਿਫਤ ਸਲਾਹ ਕਰਦੇ ਹਾਂ ਮਿਲਾ ਕੇ। ਇਹੀ ਸਾਜ਼ ਉੱਥੇ ਵੱਜਦੇ ਨੇ ਜਿੱਥੇ ਠੁਮਕੇ ਲੱਗਦੇ ਆ, ਇਹੀ ਸਾਜ਼ ਮਰਦੀ ਜੂਰੀ 'ਚ ਵੱਜਦੇ ਨੇ। ਇਹ ਸੰਗੀਤ ਰੱਬ ਨੂੰ ਮਿਲਾ ਦਿੰਦਾ ਹੈ, ਉਹ ਰੱਬ ਨਾਲ ਤੋੜ ਦਿੰਦਾ ਹੈ। ਸੰਗੀਤ ਉਹੀ ਹੈ, ਸੁਰਾਂ ਸੱਤ ਹੀ ਨੇ। ਕੋਈ ਗਾ ਰਿਹਾ ਤਾਂ ਵੀ ਸੱਤ ਸੁਰਾਂ 'ਚ ਹੀ ਗਾ ਰਿਹਾ, ਤੇ ਜੇ ਕੋਈ ਕੀਰਤਨ ਕਰ ਰਿਹਾ ਉਹ ਵੀ ਸੱਤ ਸੁਰਾਂ ਤੋਂ ਬਾਹਰ ਕੋਈ ਰਾਗ ਹੀ ਨਹੀਂ। ਸਾਧ ਸੰਗਤ ਜੀ, ਸਿਰਫ ਸੱਤ ਗੁਰਾਂ, ਸੱਤ ਸੁਰਾਂ ਨੇ। ਗਾਉਣ ਵਾਲਾ ਵੀ ਸੱਤ ਸੁਰਾਂ 'ਚ ਹੀ ਗਾ ਰਿਹਾ ਤੇ ਕੀਰਤਨ ਕਰਨ ਵਾਲਾ ਵੀ ਸੱਤ ਸੁਰਾਂ ਦੇ ਵਿੱਚ ਹੀ ਗਾ ਰਿਹਾ। ਪਰ ਫਰਕ ਇਹਨਾਂ ਹੈ, ਉਹ ਰੱਬ ਨੂੰ ਤੋੜ ਦਿੰਦਾ ਹੈ ਤੇ ਇਹ ਜੋੜ ਦਿੰਦਾ ਹੈ। ਜਿਹਦਾ ਕਦੇ ਵੀ ਮਨ ਨਹੀਂ ਜੁੜਿਆ ਸਾਧ ਸੰਗਤ ਜੀ, ਕੀਰਤਨ ਵਿੱਚ ਉਹਦਾ ਵੀ ਜੁੜ ਜਾਂਦਾ। ਉੱਥੇ ਜਿਹਦਾ ਜੁੜਿਆ ਹੋਵੇ, ਕੋਈ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹੈ,
ਸੁਰਤ ਨਾਲ ਉਹਦਾ ਪਾਠ ਹੋਣ ਲੱਗ ਗਿਆ, ਇੱਕ ਦਿਨ ਉੱਥੇ ਜਾਏ ਮੁੜ ਕੇ ਪਾਠ ਨਹੀਂ ਕਰ ਸਕਦਾ। ਪ੍ਰੈਕਟੀਕਲ ਕਰ ਲਿਓ ਤੁਸੀਂ। ਗੜੰਦਿਆਂ 6 ਮਾਹ ਤੜੰਦਿਆਂ ਇੱਕ ਖਿਨੋ। ਮਹਾਰਾਜ ਕਹਿੰਦੇ ਅਭਿਆਸ ਕਰਦਿਆਂ ਕਰਦਿਆਂ 6 ਮਹੀਨੇ ਕਿਤੇ ਸੁਰਤ ਜੁੜਨ ਲੱਗ ਜਾਏ, ਬਸ ਉੱਥੇ 2 ਘੜੀਆਂ ਜਾ ਹੀ ਜਿੱਥੇ ਨਾਚ ਹੁੰਦਾ, ਮੁੜ ਇਸ ਤਰ੍ਹਾਂ ਟੁੱਟ ਜਾਏਗਾ ਮਨ ਜਿਵੇਂ ਕੱਚ ਦਾ ਗਲਾਸ ਫਰਸ਼ ਤੇ ਡਿੱਗਿਆ ਠੀਕਰੀ ਠੀਕਰੀ ਹੋ ਜਾਂਦਾ। ਜੋੜਨਾ ਔਖਾ ਹੈ, ਤੋੜਨਾ ਤਾਂ ਇੱਕ ਛਿਨ 'ਚ ਟੁੱਟ ਜਾਂਦਾ। ਕਹਿੰਦਾ ਮਹਾਰਾਜ ਇਹ ਤਾਂ ਠੀਕ ਹੈ, ਸਾਡੀ ਵਰਤੋਂ ਗਲਤ ਹੈ, ਸੰਗੀਤ ਮਾੜਾ ਨਹੀਂ ਹੈ। ਤੇ ਤੁਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਰਹੇ ਸੀ। ਮਹਾਰਾਜ ਕਹਿੰਦੇ ਅਸੀਂ ਉਹ ਗੱਲ ਕਹਿੰਦੇ ਆ ਜਿਹੜੀ ਅੱਖਾਂ ਨਾਲ ਦੇਖੀ ਹੈ, ਅਸੀਂ ਐਵੇਂ ਨਹੀਂ ਬੋਲਦੇ। ਸੋ ਬੋਲੇ ਜੋ ਵੇਖੈ ਆਖੀ, ਅੱਖਾਂ ਨਾਲ ਵੇਖੀ ਹੈ। ਕਹਿੰਦਾ ਜੀ ਮੈਂ ਨਹੀਂ ਮੰਨਦਾ। ਮਹਾਰਾਜ ਕਹਿੰਦੇ ਨਹੀਂ ਮੰਨਦਾ, ਚੱਲ ਦਿਖਾ ਵੀ ਦਿੰਦੇ ਆ। ਉਹਦੇ ਲੜਕੇ ਨੂੰ ਉਹਦਾ ਹੱਥ ਫੜਿਆ ਮਹਾਰਾਜ, ਆਕਾਸ਼ ਨੂੰ ਲੈ ਗਏ। ਦੇਖਦਾ ਦੇਖਦਾ ਥੱਕ ਗਿਆ। ਪਹਿਲਾਂ ਸਾਇੰਸ ਵਾਲੇ ਇੱਕ ਧਰਤੀ ਕਹਿੰਦੇ ਰਹੇ ਨੇ, ਅੱਜ ਤੱਕ ਵੀ ਧਰਤੀ ਇੱਕੋ ਹੀ ਹੈ। ਹੁਣ ਇਹ ਵੀ ਕਹਿਣ ਲੱਗੇ ਵੀ ਧਰਤੀਆਂ ਬਹੁਤ ਨੇ, ਧਰਤੀ ਹੋਰ ਪਰੈ ਹੋਰ ਹੋਰ, ਜਿੰਨੀਆਂ ਦੇਖੀ ਜਾਓਗੇ ਅੱਗੇ ਹੋਰ ਆਈ ਜਾਣਗੀਆਂ। ਜਦ ਥੱਕ ਗਿਆ ਕਹਿੰਦਾ ਮਹਾਰਾਜ ਇੱਥੇ ਅੰਤ ਹੀ ਨਹੀਂ ਆ ਰਿਹਾ, ਲੈ ਚਲੋ। ਭਰ ਕੱਚ ਕੌਲ ਪ੍ਰਸ਼ਾਦ ਦਾ ਧੁਰ ਦਰਗਾਹੋਂ ਲਈ ਕੜਾਹੀ, ਕੌਲ ਭਰ ਕੇ ਪ੍ਰਸ਼ਾਦ ਦਾ ਦਿੱਤਾ, ਲੈ ਕੇ ਆਏ। ਸਿਆਣਾ ਸੀ ਸਾਧ ਸੰਜੀ ਦਸਤਗੀਰ। ਫਿਰ ਵੀ ਜਿਹੜਾ ਆਪਣੀ ਗਲਤੀ ਨੂੰ ਮੰਨ ਲਵੇ ਤੇ ਸੁਧਾਰ ਲਵੇ ਉਹ ਸਿਆਣਾ ਹੁੰਦਾ ਹੈ। ਗਲਤੀ ਵੀ ਕਰੇ ਤੇ ਮੰਨੇ ਵੀ ਨਾ, ਸਿਰ ਡਾਈ ਜਾਓ, ਮੂਰਖ ਨਹੀਂ ਡੰਗਰ ਹੁੰਦਾ, ਉਹ ਪਸ਼ੂ ਹੁੰਦਾ ਹੈ। ਭੁੱਲ ਹਰ ਇੱਕ ਤੋਂ ਹੁੰਦੀ ਹੈ, ਆਪਣੀ ਭੁੱਲ ਨੂੰ ਸੁਧਾਰ ਲਵੇ ਤੇ ਛੱਡ ਦੇਵੇ, ਉਹ ਵੀ ਉਹਦਾ ਵੀ ਭਲਾ ਹੋ ਜਾਂਦਾ। ਸਿਆਣਾ ਸੀ ਦਸਤਗੀਰ, ਉਹਨੇ ਸਮਝਿਆ ਸਾਡੀ ਭੁੱਲ ਹੈ, ਇਹ ਸਮਰੱਥ ਨੇ, ਕਿਉਂ ਨਾ ਆਪਣਾ ਕਾਰਜ ਰਾਸ ਕਰਾ ਲਈ ਇਹਨਾਂ ਤੋਂ। ਕਹਿੰਦਾ ਮਹਾਰਾਜ ਆਪ ਆਲਮੋਂ ਫਾਜ਼ਲੋਂ ਪਹੁੰਚਿਓ ਪੂਰਿਓ, ਕਿਰਪਾ ਕਰੋ ਮੇਰੇ ਪਰਮਾਰਥ ਵਿੱਚ ਕੁਛ ਰੁਕਾਵਟਾਂ ਨੇ। ਸ਼ਕਤੀਆਂ ਹੈਗੀਆਂ ਨੇ, ਕਰਾਮਾਤਾਂ ਹੈਗੀਆਂ ਨੇ, ਪਰ ਅਜੇ ਜਿਹੜਾ ਅਵਰਨ ਦਾ ਪਰਦਾ ਭਰਮ ਦਾ ਉਹ ਦੂਰ ਨਹੀਂ ਹੋਇਆ। ਮੇਰੇ ਮਨ 'ਚ ਕੁਝ ਸ਼ੰਕੇ ਬਣੇ ਹੋਏ ਨੇ, ਕਿਰਪਾ ਕਰੋ ਦੂਰ ਕਰੋ। ਮਹਾਰਾਜ ਕਹਿੰਦੇ ਹਾਂ ਦੱਸ ਦਸਤਗੀਰ ਪੀਰ ਕੀ ਸ਼ੰਕੇ ਹੈ ਤੇਰੇ। ਪੀਰ ਸੀ ਬਗਦਾਦ ਦਾ, ਉੱਚੀ ਥਾਂ ਤੇ ਬੈਠਾ ਸੀ ਤੇ ਲੋਕ ਇਕੱਠੇ ਹੋਏ ਸੀ ਬਗਦਾਦ ਦੇ। ਮਹਾਰਾਜ ਲੋਕਾਂ ਦੇ ਵਿੱਚ ਖੜੇ ਸੀ। ਹੁਣ ਉਹ ਸਵਾਲ ਕਰਦਾ ਹੈ, ਆਪਣਾ ਸ਼ੰਕਾ ਦੱਸਦਾ ਹੈ ਤੇ ਮਹਾਰਾਜ ਉਹਦਾ ਸਮਾਧਾਨ ਕਰਦੇ ਨੇ, ਨਿਵਰਤ ਕਰਦੇ ਨੇ। ਦਸਤਗੀਰ ਨੇ ਪਹਿਲੀ ਬੇਨਤੀ ਇਹ ਕੀਤੀ ਵੀ ਪਰਮਾਤਮਾ ਕਿੱਥੇ ਰਹਿੰਦਾ ਹੈ, ਖੁਦਾ ਰਹਿੰਦਾ ਕਿੱਥੇ ਹੈ। ਮੰਦਰਾਂ ਵਿੱਚ ਵੀ ਰੱਬ ਨੂੰ ਪੂਜਦੇ ਨੇ, ਮਸੀਤ ਵਿੱਚ ਵੀ ਖੁਦਾ ਨੂੰ ਪੂਜਦੇ ਨੇ, ਚਰਚ ਵਿੱਚ ਵੀ ਗੌਡ ਦੀ ਭਗਤੀ ਕਰਦੇ ਨੇ, ਗੁਰਦੁਆਰੇ। ਉਹ ਹੈ ਕਿੱਥੇ, ਕਿੱਥੇ ਰਹਿੰਦਾ ਪਰਮਾਤਮਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਸਭ ਥਾਂ ਤੇ ਹੀ ਰਹਿੰਦਾ ਹੈ, ਕੋਈ ਐਸੀ ਥਾਂ ਹੀ ਨਹੀਂ ਜਿੱਥੇ ਉਹ ਨਹੀਂ ਹੈ। ਕਹਿੰਦਾ ਮਹਾਰਾਜ ਜੇ ਉਹ ਸਭ ਥਾਂ ਤੇ ਹੈ ਫਿਰ ਦਿਸਦਾ ਕਿਉਂ ਨਹੀਂ। ਮਹਾਰਾਜ ਕਹਿੰਦੇ ਉਹ ਸਭ ਦੇ ਵਿੱਚ ਪਰਿਪੂਰਨ ਹੈ, ਸੂਖਮ ਵੀ ਹੈ, ਸਥੂਲਾ ਵੀ ਹੈ, ਨਿਰਾਕਾਰ ਵੀ ਹੈ ਤੇ ਸਾਕਾਰ ਵੀ ਹੋ ਜਾਂਦਾ ਹੈ। ਕਹਿੰਦਾ ਮਹਾਰਾਜ ਜੇ ਹੋਵੇ ਸਭ ਥਾਂ ਤੇ ਫਿਰ ਦਿਸਣਾ ਚਾਹੀਦਾ। ਮਹਾਰਾਜ ਕਹਿੰਦੇ ਕਈ ਚੀਜ਼ਾਂ ਹੁੰਦੀਆਂ ਨੇ ਸਾਧਨ ਨਾਲ ਦਿਸ ਜਾਂਦੀਆਂ ਨੇ, ਉਂਝ ਨਹੀਂ ਦਿਸਦੀਆਂ। ਕਹਿੰਦਾ ਮਹਾਰਾਜ ਕਿਹੜੀ ਚੀਜ਼ ਹੈ ਜਿਹੜੀ ਸਾਧਨ ਨਾਲ ਦਿਸ ਜਾਂਦੀ ਹੈ, ਉਂਝ ਨਹੀਂ ਦਿਸਦੀ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇੱਕ ਦੁੱਧ ਦਾ ਛੰਨਾ ਮੰਗਾ। ਆ ਬਜ਼ੁਰਗਾਂ ਨੂੰ ਛੰਨੇ ਦਾ ਪਤਾ, ਮਾਈਆਂ ਨੂੰ, ਬਜ਼ੁਰਗਾਂ ਨੂੰ। ਇਹ ਤਾਂ ਉਂਗਲੀਆਂ ਜਿਹਾ ਮਾਰਨਗੇ, ਸਰਚ ਕਰਨਗੇ, ਛੰਨਾ ਪਤਾ ਨਹੀਂ ਕੀ ਹੁੰਦਾ, ਤੁਹਾਨੂੰ ਨਹੀਂ ਲੱਭਣਾ ਇਹਦੇ ਵਿੱਚੋਂ।
ਇਹ ਬਜ਼ੁਰਗਾਂ ਕੋਲ ਬਹਿ ਕੇ ਸੁਣਿਆ ਕਰੋ ਗੱਲਾਂ ਬਹੁਤ ਸਾਰੀਆਂ, ਉਹ ਡਿਕਸ਼ਨਰੀ 'ਚ ਨਹੀਂ ਹੈਗੀਆਂ ਜਿਹੜੀਆਂ ਬਜ਼ੁਰਗਾਂ ਕੋਲ ਮਿਲਦੀਆਂ ਤੁਹਾਨੂੰ। ਤੁਸੀਂ ਕਹਿੰਦੇ ਹੋ ਅਸੀਂ ਪੜ੍ਹੇ ਲਿਖੇ ਹੋ, ਕੱਖ ਵੀ ਨਹੀਂ ਪੜ੍ਹੇ ਹੋਏ ਤੁਸੀਂ। 2 ਮਿੰਟ ਬਜ਼ੁਰਗਾਂ ਕੋਲ ਸ਼ਾਮ ਨੂੰ ਜ਼ਰੂਰ ਬੈਠਿਆ ਕਰੋ। ਉਹਨਾਂ ਦਾ 70 ਸਾਲ ਦਾ 80 ਸਾਲ ਦਾ ਤਜਰਬਾ ਹੈ। ਉਹਨਾਂ ਨੇ ਹਲ ਵਾਏ ਹੋਏ ਨੇ ਹੱਥਾਂ ਨਾਲ, ਮੁੱਢ ਪੱਟੇ ਹੋਏ ਨੇ ਕਈਆਂ ਨਾਲ, ਪੈਦਲ ਤੁਰ ਕੇ ਪਟਿਆਲੇ ਤੱਕ ਜਾਣਾ, ਬੜੇ ਔਖੇ ਟਾਈਮ ਆਪਣੇ ਪਰਿਵਾਰ ਪਾਲੇ, ਥੋੜੇ 'ਚ ਵੀ ਜ਼ਿਆਦਾ ਗੁਜ਼ਾਰਾ ਕੀਤਾ ਹੈ। ਆ ਬਹੁਤੇ ਵਾਲੇ ਵੀ ਰੋਂਦੇ ਫਿਰਦੇ ਅੱਜ ਕੱਲ, ਬ੍ਰਾਂਡ ਪਾ ਪਾ ਕੇ, ਅੱਡੀਆਂ ਚੱਕ ਚੱਕ ਕੇ ਫਾਹ ਲੈਂਦੇ ਨੇ। ਆਮਦਨ ਥੋੜੀ ਹੈ, ਖਰਚਾ ਜ਼ਿਆਦਾ ਕਰ ਲੈਂਦੇ ਨੇ। ਨੀਂਦ ਨਹੀਂ ਆਉਂਦੀ, ਫਾਹ ਲੈ ਲਓ ਫਿਰ ਜੇ ਨੀਂਦ ਨਹੀਂ ਆਉਂਦੀ। ਪੜ੍ਹੇ ਲਿਖੇ ਕਾਹਦੇ ਹੋ? ਕੋਈ ਅਨਪੜ੍ਹ ਚੰਗੇ ਸੀ, ਬਰਾਨੀ ਫਸਲਾਂ ਤੇ ਵੀ ਕੋਲ ਪੈਸੇ ਹੁੰਦੇ ਸੀ ਇਹਨਾਂ ਦੇ। ਹਰ ਬਜ਼ੁਰਗਾਂ ਕੋਲ ਸੋਨਾ ਦਾ ਪੈਸਾ ਜਮਾ ਹੁੰਦਾ ਸੀ। ਦੱਬੇ ਕਿੱਥੇ ਦੀ? ਖੁਰਲੀਆਂ ਥੱਲੇ। ਇਹਨਾਂ ਦੇ ਬੈਂਕ ਇਹੀ ਹੁੰਦੇ ਸੀ। ਕਿਸੇ ਨੇ ਪਾੜਛੇ ਥੱਲੇ ਦੱਬੇ ਹੁੰਦੇ, ਕਿਸੇ ਨੇ ਖੁਰਲੀ ਥੱਲੇ। ਲੱਭੀ ਜੋ ਸੰਦੂਕਾਂ 'ਚ ਕੀ ਲੱਭ ਲਾਉਂਗੇ। ਚਾਂਦੀ ਦੇ ਰੁਪਈਏ, ਮੋਹਰਾਂ, ਸੋਨੇ ਦੀਆਂ ਲੱਕਨਾਂ ਬੰਨੀ ਫਿਰਦੇ ਸੀ ਸਾਡੇ ਬਜ਼ੁਰਗ। ਇੱਕ ਵਾਸਲੀ ਹੁੰਦੀ ਸੀ, ਉਹ ਕੱਪੜੀ ਦੀ ਸੀ, ਉਹਦੇ 'ਚ ਪਾਈ, ਨਾ ਖੜਕਣ ਨਾ ਪਤਾ ਲੱਗਾ। ਇਹ ਬਹੁਤ ਸਾਰੀ ਗੱਲਾਂ ਤੁਹਾਨੂੰ ਬਜ਼ੁਰਗਾਂ ਕੋਲ ਬਹਿ ਕੇ ਪਤਾ ਲੱਗਣਗੀਆਂ। ਬੈਠਿਆ ਕਰੋ ਜ਼ਰੂਰ, 5-7 ਮਿੰਟ ਬਹਿ ਜਾ ਕਰੋ ਬਜ਼ੁਰਗਾਂ ਕੋਲ। ਉਹਨਾਂ ਨੂੰ ਚੂਰੀ ਦੀ ਲੋੜ ਨਹੀਂ, ਫਿਰ ਇਹੀ ਖੁਰਾਕ ਉਹਨਾਂ ਨੂੰ ਬਹੁਤ ਹੈ। ਸਿਰਫ 5-7 ਮਿੰਟ ਬਜ਼ੁਰਗਾਂ ਕੋਲ ਸ਼ਾਮ ਨੂੰ ਬੈਠਿਆ ਕਰੋ। ਤੁਹਾਨੂੰ ਕੋਈ ਨਾ ਕੋਈ ਜ਼ਿੰਦਗੀ ਦਾ ਤਜਰਬਾ ਦੱਸ ਦੇਣਗੇ, ਤੁਹਾਨੂੰ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਗੱਲ ਦੱਸਣਗੇ ਜ਼ਰੂਰ। ਮਹਾਰਾਜ ਕਹਿੰਦੇ ਦੁੱਧ ਦਾ ਛੰਨਾ ਮੰਗਾ। ਫਿਰ ਛੰਨਾ ਮੰਗਾਇਆ। ਮਹਾਰਾਜ ਕਹਿੰਦੇ 'ਚ ਮੱਖਣ ਘਿਓ ਹੈਗਾ? ਦਸਤਗੀਰ? ਕਹਿੰਦਾ ਜੀ ਹੈ। ਮਹਾਰਾਜ ਕਹਿੰਦੇ ਦਿਖਾ ਫਿਰ। ਨਹੀਂ ਮਹਾਰਾਜ ਦਿਸਦਾ ਤਾਂ ਨਹੀਂ ਹੈ, ਨਿਕਲ ਸਕਦਾ ਹੈ। ਮਹਾਰਾਜ ਕਹਿੰਦੇ ਕਿਵੇਂ? ਗਰਮ ਕਰਕੇ, ਜਾਗ ਲਾ ਕੇ, ਰਿੜਕ ਕੇ, ਮੱਖਣ ਕੱਢ ਕੇ, ਗਰਮ ਕਰਕੇ ਘਿਓ ਨਿਕਲ ਆਏਗਾ, ਵਿੱਚੋਂ ਹੀ ਨਿਕਲ ਆਏਗਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਸਭ ਥਾਂ ਤੇ, ਜਿੱਥੇ ਕੋਈ ਸਾਧਨ ਕਰਦਾ ਨਾ, ਗੁਰਮੁਖ ਸਿਮਰਨ ਕਰਦਾ, ਬੰਦਗੀ ਕਰਦਾ, ਉੱਥੋਂ ਹੀ ਪ੍ਰਗਟ ਹੋ ਜਾਂਦਾ। ਕਹਿੰਦਾ ਮਹਾਰਾਜ ਪਰਮਾਤਮਾ ਸਭ ਥਾਂ ਤੇ, ਫਿਰ ਉਹਦਾ ਮੂੰਹ ਕਿੱਧਰ ਹੈ? ਚੜ੍ਹਦੇ ਪਾਸੇ ਕਿ ਛਿਪਦੇ ਪਾਸੇ? ਕਹਿੰਦੇ ਅਸੀਂ ਮਸੀਤ ਵਾਲੇ ਖੁਦਾ ਨੂੰ ਇੱਧਰ ਨੂੰ ਮੂੰਹ ਕਰਕੇ ਭਗਤੀ ਕਰਦੇ ਹਾਂ, ਹਿੰਦੂ ਵੀਰ ਇੱਧਰ ਨੂੰ ਮੂੰਹ ਕਰਕੇ ਭਗਤੀ ਕਰਦੇ ਨੇ। ਰੱਬ ਹੈ ਕਿੱਧਰ? ਸਤਿਗੁਰੂ ਮਹਾਰਾਜ ਕਹਿੰਦੇ ਪੀਰ ਸਾਈਂ ਤਾਂ ਨਿਰਾਕਾਰ ਹੈ, ਮੂੰਹ ਤਾਂ ਆਕਾਰ ਦਾ ਹੁੰਦਾ ਹੈ। ਉਹ ਸਾਰੇ ਪਾਸੇ ਹੀ ਹੈ, ਉਹਦਾ ਮੂੰਹ ਸਾਰੇ ਪਾਸੇ। ਕਹਿੰਦਾ ਮਹਾਰਾਜ ਉਹ ਕਿਹੜੀ ਚੀਜ਼ ਹੈ ਜਿਹਦਾ ਮੂੰਹ ਸਾਰੇ ਪਾਸੇ ਹੁੰਦਾ ਹੈ? ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਇਸੇ ਕਰਕੇ ਰੱਖੇ ਗਏ ਨੇ ਕਿ ਦਸੇ ਦਿਸ਼ਾ ਮੈਂ ਰਵਿਆ ਰਾਮ। ਰਾਮ ਦਾ ਅਰਥ ਰਮਿਆ ਹੋਇਆ, ਸਭ ਥਾਂ ਤੇ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਧਰ ਨੂੰ ਮੂੰਹ ਕਰਕੇ ਬਹਿ ਜਾਓ, ਉਹਨੂੰ ਯਾਦ ਕਰੋ, ਉੱਥੇ ਪਰਿਪੂਰਨੀ ਆ। ਸਾਨੂੰ ਨਹੀਂ ਦਿਸ਼ਾ ਦਾ ਭਰਮ ਪਾਇਆ, ਚੜ੍ਹਦੇ ਐ, ਛਿਪਦੇ ਐ, ਲਹਿੰਦੇ ਐ, ਉੱਤਰ ਹੈ, ਦੱਖਣ ਹੈ, ਪੂਰਬ ਹੈ, ਪੱਛਮ ਹੈ। ਜਿੱਧਰ ਨੂੰ ਮੂੰਹ ਮਰਜ਼ੀ ਕਰੋ, ਰੱਬ ਉੱਧਰ ਹੀ ਹੈ। 4 ਦਰਵਾਜ਼ੇ ਹਰਿਮੰਦਰ ਸਾਹਿਬ ਦੇ ਤਾਂ ਹੀ ਰੱਖੇ ਸੀ ਵੀ ਜਿੱਧਰ ਮਰਜ਼ੀ ਸਿੱਖ ਮੂੰਹ ਕਰਕੇ ਬੰਦਗੀ ਕਰੇ। ਕਹਿੰਦਾ ਮਹਾਰਾਜ ਕਿਹੜੀ ਚੀਜ਼ ਹੈ ਜਿਹਦੇ ਸਾਰੇ ਪਾਸੇ ਮੂੰਹ ਹੁੰਦਾ ਹੈ? ਮਹਾਰਾਜ ਕਹਿੰਦੇ ਜਗ ਦਾ ਦੀਵਾ ਲਿਆਓ ਪੀਰ ਸਾਈਂ। ਜਗ ਦਾ ਦੀਵਾ ਮੰਗਾਇਆ। ਮਹਾਰਾਜ ਕਹਿੰਦੇ ਦਾ ਚਾਨਣ ਕਿੱਧਰ ਹੈ? ਕਹਿੰਦਾ ਜੀ ਸਾਰੇ ਪਾਸੇ ਹੀ ਹੈ। ਤੁਸੀਂ ਕਮਰੇ ਦੀਵਾ ਜਗਾ ਦਿਓ, ਖੜ ਕੇ ਦੇਖੋ ਇਹਦਾ ਪ੍ਰਕਾਸ਼ ਕਿਹੜੇ ਪਾਸੇ ਜ਼ਿਆਦਾ ਹੈ। ਅੰਨ ਭਾਵ ਪ੍ਰਕਾਸ਼ ਨਿਸ ਦਿਨ ਅਨਾਸ। ਕਹਿੰਦਾ ਮਹਾਰਾਜ ਇਹ ਤਾਂ ਠੀਕ ਹੈ, ਤੇ ਉਹ ਖਾਂਦਾ ਕੀ ਹੈ? ਸਤਿਗੁਰੂ ਮਹਾਰਾਜ ਕਹਿੰਦੇ ਵੈਸੇ ਤਾਂ ਪਦਾਰਥ ਪ੍ਰੇਮ ਦੇ ਛਕਦਾ, ਜੇ ਕੋਈ ਪ੍ਰੇਮ ਨਾਲ ਛਕਾਵੇ ਤਾਂ ਛਕ ਲੈਂਦਾ ਹੈ। ਉਹ ਭਾਈ ਲਾਲੋ ਦੇ ਮਲਕ ਭਾਗੋ ਦੇ ਮਾਲ ਪੂਰੇ ਛੱਡ ਕੇ ਭਾਈ ਲਾਲੋ ਦਾ ਕੋਦਰੇ ਦਾ ਪ੍ਰਸ਼ਾਦਾ ਵੀ ਛਕ ਲੈਂਦਾ ਹੈ। ਕੇਲਿਆਂ ਦੇ ਛਿਲਕੇ ਵੀ ਖਾ ਲੈਂਦਾ ਹੈ, ਭੀਲਣੀ ਦੇ ਝੂਠੇ ਬੇਰ ਵੀ ਖਾ ਲੈਂਦਾ ਹੈ,
ਪਰ ਜੇ ਕੋਈ ਹੰਕਾਰੀ ਹੋਵੇ, ਹੰਕਾਰ ਉਹਦਾ ਹੰਕਾਰ ਵੀ ਖਾ ਜਾਂਦਾ ਰੱਬ। ਦੋ ਗੱਲਾਂ ਦੀ ਵਿਰੋਧਤਾ ਆਪਸ ਵਿੱਚ, ਹੰਕਾਰੀ ਤੇ ਖੁਦਾ। ਸਾਡੇ ਬਜ਼ੁਰਗ ਕਹਿੰਦੇ ਸੀ ਖੁਦੀ ਤੇ ਖੁਦਾ ਦਾ ਵੈਰ ਹੈ। ਖੁਦੀ ਹੰਕਾਰ ਨੂੰ ਹੀ ਕਹਿੰਦੇ ਨੇ। ਹੰਕਾਰੀ ਬੰਦੇ ਨੂੰ ਉਹਦਾ ਹੰਕਾਰ ਹੀ ਖਾ ਜਾਂਦਾ। ਸਾਧ ਸੰਗਤ ਹਰ ਜਿਉ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੈ। ਹੰਕਾਰ ਮੂਹੇ ਸੇ ਬੇਗਤੀ ਗਏ, ਮਰ ਜਨਮੈ ਫਿਰ ਆਵੈ। ਕਿਸੇ ਵੀ ਗੱਲ ਦਾ ਹੰਕਾਰ ਕਰੇ, ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਫਿਰ ਚੌਥਾ ਸ਼ੰਕਾ ਕਹਿੰਦਾ, ਮਹਾਰਾਜ ਜੀ ਦੱਸੋ ਰੱਬ ਕਰਦਾ ਵੀ ਹੈ ਕਿ ਵਿਹਲਾ ਹੀ ਰਹਿੰਦਾ? ਕੁਛ ਉਹਦਾ ਕੋਈ ਵਿਹਾਰਕਾਰ ਵੀ ਹੈ? ਸਤਿਗੁਰੂ ਮਹਾਰਾਜ ਕਹਿੰਦੇ, ਸ਼ੰਕੇ ਤੇਰੇ ਨਿਵਿਰਤ ਅਸੀਂ ਕਰ ਰਹੇ ਹਾਂ। ਤੂੰ ਉੱਚੀ ਥਾਂ ਤੇ ਬੈਠਾ ਹੈ, ਅਸੀਂ ਨੀਵੇਂ ਥਾਂ ਤੇ ਬੈਠੇ ਹਾਂ, ਖੜੇ ਹਾਂ ਲੋਕਾਂ ਦੇ ਵਿੱਚ। ਇਹ ਗੱਲ ਪੁੱਛਣੀ ਆ ਤਾਂ ਥੱਲੇ ਉਤਰ। ਉਹ ਥੱਲੇ ਉਤਰਿਆ। ਗੁਰੂ ਨਾਨਕ ਦੇਵ ਮਹਾਰਾਜ ਉਹਦੇ ਆਸਣ ਤੇ ਬੈਠ ਗਏ, ਸਿੰਘਾਸਣ ਤੇ। ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ, ਜੇ ਪਰਮਾਤਮਾ ਦਾ ਇਹ ਵਿਹਾਰ ਹੈ, ਇਹ ਉਹਦਾ ਕੰਮਕਾਰ ਹੈ। ਰੀਤੇ ਭਰੇ ਭਰੇ ਸਖਨਾਵੈ, ਯੈ ਤਾਂ ਕੋ ਵਿਵਹਾਰੇ। ਉਹਦਾ ਵਿਵਹਾਰ ਹੈ ਕਿ ਇੱਕ ਛਿਣ ਦੇ ਵਿੱਚ ਖਾਲੀਆਂ ਨੂੰ ਭਰ ਦਿੰਦਾ ਹੈ, ਤੇ ਜੇ ਕੋਈ ਹੰਕਾਰੀ ਹੋ ਜਾ ਤੇ ਭਰਿਆਂ ਨੂੰ ਖਾਲੀ ਵੀ ਇੱਕ ਛਿਣ ਚ ਕਰ ਦਿੰਦਾ। ਚਰਨਾਂ ਤੇ ਢਹਿ ਪਿਆ, ਮਰੀਦ ਹੋ ਗਿਆ ਦਸਤਗੀਰ ਪੀਰ ਗੁਰੂ ਬਾਬਾ ਜੀ ਦਾ। ਬੰਦਗੀ ਕਰਨ ਲੱਗਾ ਪ੍ਰੇਮਾ ਭਗਤੀ ਛੱਡ ਕੇ ਹੰਕਾਰ। ਸੋ ਸਾਧ ਸੰਗਤ ਜੀ, ਇਹ ਸਭ ਕੁਛ ਹੈ ਪਰਮਾਤਮਾ ਦਾ ਹੀ ਆਪਾਂ ਨੂੰ ਦਿੱਤਾ ਹੋਇਆ। ਪਰ ਜਿਹੜੇ ਉਹਦਾ ਸਮਝ ਕੇ ਵਰਤਦੇ ਨੇ, ਇੱਥੇ ਵੀ ਸੁਖੀ ਰਹਿੰਦੇ ਨੇ, ਪਰਲੋਕ ਵਿੱਚ ਵੀ। ਤੇ ਜਿਹੜੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਪਾ ਕੇ ਦਾਤੇ ਨੂੰ ਭੁੱਲ ਜਾਂਦੇ ਨੇ ਤੇ ਹੰਕਾਰੀ ਹੋ ਜਾਂਦੇ ਨੇ, ਇੱਥੇ ਵੀ ਖੱਜਲ ਖੁਆਰ ਹੁੰਦੇ ਨੇ। ਹਰ ਬਿਸਰਤ ਸਦਾ ਖੁਆਰੀ, ਇੱਥੇ ਵੀ ਖੁਆਰ ਹੁੰਦੇ ਨੇ ਤੇ ਅੱਗੇ ਵੀ ਜਾ ਕੇ ਦੁੱਖ ਭੋਗਦੇ ਨੇ। ਤੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਉਪਦੇਸ਼ ਤੇ ਚੱਲਦੇ ਨੇ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ, ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸੋ ਗੁਰਮੁਖ ਪਰਿਵਾਰ ਨੇ, ਭਾਈ ਨਛੱਤਰ ਸਿੰਘ ਜੀ ਨੇ ਆਪਣੀ ਕਿਰਤ ਕਮਾਈ ਸਫਲੀ ਕਰਨ ਵਾਸਤੇ ਹਰ ਇੱਕ ਸਾਲ ਦੀ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾਏ। ਕਈ ਦਿਨਾਂ ਤੋਂ ਬਾਣੀ ਦੇ ਜਾਪ ਚੱਲ ਰਹੇ ਸਨ। ਸੋ ਗੁਰੂ ਕੇ ਲੰਗਰ, ਗੁਰੂ ਦੀਆਂ ਸੰਗਤਾਂ ਵਾਸਤੇ ਕਥਾ ਕੀਰਤਨ। ਸੋ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ। ਸਾਰੀਆਂ ਸੰਗਤਾਂ ਦਾ ਧੰਨਵਾਦ। ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਆਪਾਂ ਇਹ ਘੜੀਆਂ ਦਾ ਆਨੰਦ ਮਾਣਿਆ ਹੈ। ਗੁਰੂ ਕਿਰਪਾ ਕਰੇ ਇਸ ਪਰਿਵਾਰ ਦੇ ਸਿਰ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਬਖਸ਼ੇ ਮਹਾਰਾਜ। ਸਿੱਖੀ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਹੋਈਆਂ ਭੁੱਲਾਂ ਦੀ ਖਿਮਾ। ਕਿਉਂਕਿ ਭਾਵੇਂ ਸੰਗਤ ਟਕਾ ਹੈ, ਪਰ ਮਜਬੂਰੀ ਇਹ ਹੈ ਕਿ ਸਾਡਾ ਦੀਵਾਨ ਅੱਗੇ ਬੋੜ ਸ਼ਾਮ ਕੁਲਛੇਤਰ ਤੋਂ ਪਰੇ, ਉੱਥੇ ਸਾਡਾ ਦੀਵਾਨ, ਅਸੀਂ ਉੱਥੇ ਪਹੁੰਚਣਾ ਹੈ। ਇਹ ਅਸੀਂ ਤਾਂ ਹੀ ਭਾਈ ਨਛੱਤਰ ਸੋਹਣਾ ਵਿਚਾਰ ਕਰਕੇ ਰੱਖਿਆ ਸੀ ਕਿ ਸਾਡੇ ਜਾਂਦਿਆਂ ਰਾਹ ਦੇ ਵਿੱਚ ਹਾਜ਼ਰੀ ਭਰ ਕੇ ਅਸੀਂ ਦੀਵਾਨ ਤੇ ਜਾ ਸਕਦੇ ਹਾਂ। ਇਹ ਕਹਿੰਦੇ ਦੇਖ ਲਓ ਜੀ, ਤੁਹਾਡੀ ਮਰਜ਼ੀ ਹੈ, ਜਦੋਂ ਮਰਜ਼ੀ ਰੱਖ ਲਓ, ਭਾਵੇਂ ਹਾਜ਼ਰੀ ਥੋੜੀ ਭਰਿਓ ਜ਼ਿਆਦੀ ਭਰਿਓ। ਜਿੱਥੇ ਪ੍ਰੇਮ ਹੁੰਦਾ ਉੱਥੇ ਨੇਮ ਨਹੀਂ ਹੁੰਦਾ। ਇੱਦਾਂ ਕਹਿਣਗੇ ਅੱਧਾ ਘੰਟਾ ਹੋਰ ਲਾ ਦਿਓ ਜੇ ਲੰਗਰ ਨਹੀਂ ਪੱਕਿਆ। ਇਹ ਲੰਗਰ ਪਕਾਉਣ ਵਾਸਤੇ ਹੁੰਦਾ ਕੀਰਤਨ, ਵੀ ਪਹਿਲਾਂ ਤਿਆਰ ਕਰੋ। ਅਜੇ ਮੰਤਰੀ ਸਾਹਿਬ ਨਹੀਂ ਆਏ ਜੀ, 2 ਸ਼ਬਦ ਹੋਰ ਪੜੋ। ਮੰਤਰੀ ਦੇ ਬਾਪ ਦਾ ਕੀਰਤਨ, ਉਹਦੇ ਵਾਸਤੇ ਕਰੀਏ ਕੀਰਤਨ। ਇਹ ਤਾਂ ਬਾਣੀ ਦੀ ਬੇਅਦਬੀ ਹੈ। ਇੱਕ ਬੰਦੇ ਵਾਸਤੇ ਕੀਰਤਨ ਕਰਨਾ ਸਾਡੀ ਭੁੱਲ ਹੈ।
ਕਰਨ ਵਾਲੇ भी ਸਾਡੇ ਵਰਗੇ ਹੁੰਦੇ ਨੇ, ਕਰਾਉਣ ਵਾਲੇ भी। अजे साडा रिश्तेदार नहीं आया, वो पहला आके बैठे, आके कीर्तन सुने। एक गुरु के सत्कार वास्ते बाणी का शब्द पढ़िया जा सकता है। कोई जिड्डा मर्जी महात्मा, जिड्डा मर्जी संत है, कोई राजा महाराजा है, किसी के सत्कार वास्ते बाणी नहीं। बाणी की बेअदबी है, बाणी गुरु गुरु है बाणी। ते प्रबंधकां नूं पहला प्रबंध करना चाहिए। ये ना हो जी अजे जब लंगर तैयार हो गए कह देंगे फिर भोग पा दो। ਇਹਦਾ मतलब लंगर वास्ते कीर्तन नहीं हो रहा। ये तो साध संगत जी भले वास्ते करना है, तो भले वास्ते सुनना हुंदा है। कई बार आपां बाणी दा सत्कार करते करते निरादर कर जाने। एक व्यक्तिगत वास्ते डिक्की जाना जे होर नहीं, ये गलत गल है। साध संगत उन्होंने आके संगत च बैठना चाहिए, 2 घड़ियां उहदा भी भला हो जाए। पर उन्होंने भला कराउणा नहीं। हुण भला तो तुसीं करोगे उन्हां दा जरूर। हुण पता लग गया भी भला करन लग गए साडे लोग। हुण आउंदे ही घट ने, भी असीं नहीं जांदे, हुण उत्थे भला करदे लोग बहुत साडा। सो साध संगत जी अपने सिद्धांतां नाल जुड़ना है। किसी ने किसी नूं कुछ नहीं देना। आ 4-5 महीने हुण तुहानूं लालच दे के फिर भरमाउणगे गल्लां कर करके। देखियो गल्लां च आ के फिर अपने सिद्धांत नूं ना भुल जाओ, जागदे रहो, तां तक कुछ बचा सकदे। जो अखां मीट लई फिर घर दे विच कीमती समान तक कढ के लई जांदे हुंदे आ। इन्नियां कुछ बेनतियां प्रवान होईयां। प्रधान दी खिमा। आनंद साहिब दे पाठ विच हाज़री लाओ। फिर संगतां ने अरदास भी जुड़ना है। हुक्मनामा साहिब अरदास होने तो बाद हुक्मनामा साहिब सरवण करके सच्चे पातशाह दा देग वरताई जाएगी। गरीब नवाज सच्चे पातशाह अपने निज स्थानां ते जाणगे। गुरु की संगत नूं बेनती है, गुरु का लंगर गुरु की संगत वास्ते। इस परिवार की तां सेवा है, छक के जाण दी कृपालता करनी है। राम कली महला तीजा। आनंद एक ओंकार सतगुर प्रसाद। आनंद पिया मेरी माए, सतगुरु मैं पाया। सब दोता गावो हरि केरा, मन जिनी वसाया। हर नाल रहो तू मन मेरे, दुख सब सारा। कह नानक मन मेरे, सदा रहो हर नाले। सदा सिफत सलाह तेरी, नाम मन वसावे। साचा नाम मेरा आधारो, साच नाम आधार मेरा। जिन भुखा सब गवाइया, कह नानक सुनो संतो शब्द तरो प्यारो। पंच दोत तुद वस कीते, काल कंठ कुमारिया।
आनंद सुनो बट भागी हो, सगल मनोरथ पूरे। संत साजन पे सरते, पूरे गुर ते जानी सुनते। श्लोक पवन गुरु पानी, पिता माता धरत मात। करमी आपो आपनी, के नेड़े के दूर। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह।